हाँ जी, सत श्री अकाल प्यारे विद्यार्थियों। मैं मनप्रीत कौर तुहाडा सारिਆਂ ਦਾ ਸਵਾਗਤ ਕਰਦੀ ਹਾਂ ਅੱਜ ਦੀ ਕਲਾਸ ਦੇ ਵਿੱਚ। ਸੋ ਉਮੀਦ ਹੈ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ। ਸੋ ਅੱਜ ਜਿਹੜੀ ਆਪਾਂ ਸਪੈਸ਼ਲੀ ਕਲਾਸ, ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਪੰਜਾਬੀ ਪੈਡਾਗੋਜੀ ਤੇ ਕੰਮ ਕਰਾਂਗੇ ਡਿਟੇਲ ਦੇ ਵਿੱਚ ਵਿਸਥਾਰ ਸਹਿਤ। ਸੋ ਉਸੇ ਨਾਲ ਸੰਬੰਧਿਤ ਆਪਾਂ ਜਿਹੜੇ MCQ ਹੈ ਸਪੈਸ਼ਲੀ ਪੰਜਾਬੀ ਪੈਡਾਗੋਜੀ ਦੇ ਨਾਲ ਹੋਣਗੇ, ਜਿਹਦੇ ਵਿੱਚ ਆਪਾਂ ਹਰ ਕੁਐਸਚਨ ਨੂੰ ਧਿਆਨ ਦੇ ਨਾਲ ਦੇਖਾਂਗੇ ਤੇ ਪ੍ਰੋਪਰ ਤਰੀਕੇ ਦੇ ਨਾਲ ਆਪਾਂ ਹਰ ਚੀਜ਼ ਨੂੰ ਸਮਝਾਂਗੇ। ਸੋ ਉਮੀਦ ਹੈ ਕਿ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਵਧੀਆ ਤਰੀਕੇ ਦੇ ਨਾਲ ਦੀਵਾਲੀ ਨੂੰ ਇੰਜੋਏ ਵੀ ਕਰ ਰਹੇ ਹੋਵੋਗੇ। ਸੋ ਠੀਕ ਠਾਕ ਹੋਵੋਗੇ ਤੇ ਬਾਕੀ ਫਿਰ ਅਗਲੀ ਦੀਵਾਲੀ ਤੁਹਾਡੇ ਲਈ ਖੁਸ਼ੀਆਂ ਭਰੀ ਆਵੇ, ਆਪਾਂ ਇਹੀ ਉਮੀਦ ਪ੍ਰਮਾਤਮਾ ਤੋਂ ਰੱਖਦੇ ਹਾਂ, ਤੁਹਾਡੇ ਤੋਂ ਵੀ ਰੱਖਦੇ ਹਾਂ। ਤੁਸੀਂ ਮਿਹਨਤ ਕਰ ਰਹੇ ਹੋਵੋਗੇ ਤੇ ਬਾਕੀ ਆਪਾਂ ਮਿਹਨਤ ਜਾਰੀ ਰੱਖਾਂਗੇ। ਦੋਨੋਂ ਜਾਣੇ ਰਲ ਕੇ, ਸਟੂਡੈਂਟ ਤੇ ਵਿਦਿਆਰਥੀ ਦੋਨੋਂ ਜਦੋਂ ਮਿਲ ਕੇ ਕੰਮ ਕਰਦੇ ਆ ਕੋਈ, ਜਾਂ ਕਹਿ ਲਓ ਮਿਲ ਕੇ ਐਗਜ਼ਾਮ ਦੀ ਤਿਆਰੀ ਕਰਦੇ ਆ, ਤਾਂ ਉਹ ਐਗਜ਼ਾਮ ਕਰੈਕ ਜ਼ਰੂਰ ਹੋ ਜਾਂਦਾ ਹੈ। ਠੀਕ ਹੈ। ਸੋ ਪੋਜ਼ਿਟਿਵਿਟੀ ਅਸੀਂ ਬਣਾ ਕੇ ਰੱਖਣੀ ਹੈ, ਸਕਾਰਾਤਮਕ ਸੋਚ ਨੂੰ ਅਸੀਂ ਪਹਿਲੇ ਨੰਬਰ 'ਤੇ ਰੱਖਣਾ ਹੈ, ਬਾਕੀ ਨੈਗੇਟਿਵਿਟੀ ਦੂਰ ਰੱਖਣੀ ਹੈ, ਫਿਰ ਇਹ ਅਸੀਂ ਜ਼ਿੰਦਗੀ ਦੇ ਵਿੱਚ ਸਫਲ ਹੋ ਸਕਦੇ ਹਾਂ। ਸੋ ਆਪਾਂ ਸ਼ੁਰੂ ਕਰਾਂਗੇ ਅੱਜ ਦੀ ਕਲਾਸ ਦੇ ਵਿੱਚ। MCQ ਮੋਸਟ ਇੰਪੋਰਟੈਂਟ MCQ ਹੋਣਗੇ, ਸੋ ਇਹਨਾਂ ਸਾਰਿਆਂ ਨੂੰ ਆਪਾਂ ਧਿਆਨ ਦੇ ਵਿੱਚ ਰੱਖਾਂਗੇ। ਚੱਲਦੇ ਫਿਰ ਆਪਾਂ ਪ੍ਰਸ਼ਨ ਦੇ ਉੱਪਰ। ਲਓ ਜੀ, ਪ੍ਰਸ਼ਨ ਨੰਬਰ ਪਹਿਲਾ ਕਿ ਮਨੁੱਖ ਜਾਤੀ ਦੇ ਵਿਕਾਸ ਦਾ ਇੱਕ ਮੁੱਖ ਕਾਰਨ ਕੀ ਹੈ? ਸੋ ਇਹਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਬਿਲਕੁਲ ਸਹੀ ਹੋਵੇਗੀ? ਸੋ ਇਹਨਾਂ ਦੇ ਵਿੱਚੋਂ ਸਹੀ ਜਵਾਬ ਦੱਸਣਾ। ਆਪਾਂ 4 ਆਪਸ਼ਨਾਂ ਦਿੱਤੀਆਂ ਹੋਈਆਂ, ਪੜ੍ਹਨਾ, ਲਿਖਣਾ, ਸਿੱਖਣਾ ਜਾਂ ਫਿਰ ਨਕਲ ਕਰਨਾ। ਤਾਂ ਮਨੁੱਖ ਜਾਤੀ ਦੇ ਵਿਕਾਸ ਦਾ ਮੁੱਖ ਕਾਰਨ ਕੀ ਹੈ? ਕਿ ਉਹ ਸਿੱਖਦਾ ਰਹਿੰਦਾ ਹਮੇਸ਼ਾ। ਜਿੰਨਾ ਜ਼ਿਆਦਾ ਸਿੱਖਦਾ ਹੈ, ਵਿਕਾਸ ਹੋ ਰਿਹਾ ਹੈ, ਵਿਕਾਸ ਹੋ ਰਿਹਾ ਹੈ, ਵਿਕਾਸ ਹੋ ਰਿਹਾ ਹੈ। ਸੋ ਇਹ ਗੱਲ ਯਾਦ ਰੱਖਣਾ ਕਿ ਮਨੁੱਖ ਜਾਤੀ ਦੇ ਵਿਕਾਸ ਦਾ ਮੁੱਖ ਕਾਰਨ ਹੀ ਸਿੱਖਣਾ। ਅਗਲੇ ਕੁਐਸਚਨ ਤੇ ਚੱਲਦੇ ਹਾਂ। ਅਗਲਾ ਕੁਐਸਚਨ ਹੈ, ਸਿੱਖਿਆ ਦੇ ਸੰਕਲਪ ਦਾ ਅਸਲ ਵਿੱਚ ਅਰਥ ਹੈ? ਸਕੂਲੀ ਸਿੱਖਿਆ, ਲਿਖਣ ਦੀ ਪ੍ਰਕਿਰਿਆ, ਘਰੇਲੂ ਸਿੱਖਿਆ, ਜੀਵਨ ਭਰ ਦੀ ਸਿੱਖਣ ਪ੍ਰਕਿਰਿਆ। ਸੋ ਕਹਿੰਦੇ ਕਿ ਸਿੱਖਿਆ ਦੇ ਸੰਕਲਪ ਦਾ ਅਸਲ ਅਰਥ ਹੈ ਵੀ ਜੀਵਨ ਭਰ ਦੀ ਸਿੱਖਣ ਪ੍ਰਕਿਰਿਆ ਦੇ ਨਾਲ ਅਸੀਂ ਇਸ ਨੂੰ ਜੋੜ ਕੇ ਸਮਝਾਂਗੇ। ਸੋ ਇੱਥੇ ਡੀ ਆਪਸ਼ਨ ਬਿਲਕੁਲ ਸਹੀ ਹੈ। ਅਗਲੇ ਸਵਾਲ ਤੇ ਚੱਲਦੇ ਹਾਂ। ਆਪਣੇ ਕੋਲੇ ਸਵਾਲ ਬਹੁਤ ਸਾਰੇ ਅੱਜ ਦੀ ਕਲਾਸ ਦੇ ਵਿੱਚ, ਕਿਉਂਕਿ ਮੈਂ ਇਹ ਚਾਹੁੰਦੀ ਹਾਂ ਕਿ ਪੰਜਾਬੀ ਪੈਡਾਗੋਜੀ ਦੇ ਆਪਾਂ 300 ਜਾਂ 250 ਜਿੰਨੇ ਪੁਰਾਣੇ ਪੇਪਰਾਂ ਦੇ ਸਵਾਲ ਉਹ ਸਾਰੇ ਕਵਰ ਕਰ ਦੇਣੇ ਇਹਨਾਂ 3-4 ਦਿਨਾਂ ਦੇ ਵਿੱਚ। ਠੀਕ ਹੈ। ਅਗਲੇ ਸਵਾਲ ਤੇ ਆਪਾਂ ਆ ਚੁੱਕੇ ਹਾਂ। ਸਿੱਖਣ ਦਾ ਅਰਥ ਵਿਵਹਾਰ ਵਿੱਚ ਆਉਣ ਵਾਲਾ ਪ੍ਰਗਤੀਸ਼ੀਲ ਬਦਲਾਅ ਹੈ ਜੋ ਅਨੁਭਵ ਦੁਆਰਾ ਆਉਂਦਾ ਹੈ। ਇਹ ਕਥਨ ਕਿਸ ਦਾ ਹੈ? ਸੋ ਤੀਜੇ ਸਵਾਲ ਦਾ ਬਿਲਕੁਲ ਸਹੀ ਜਵਾਬ ਕਿਹੜਾ ਹੋਏਗਾ? ਗੇਟਸ ਦਾ ਹੀ। ਐਡਾਪਸ਼ਨ ਬਿਲਕੁਲ ਸਹੀ ਹੈ। ਅਗਲੇ ਸਵਾਲ ਤੇ ਚੱਲਦੇ ਹਾਂ। ਅਗਲਾ ਸਵਾਲ ਹੈ ਸਾਡੇ ਕੋਲ ਨੰਬਰ 4, ਗ੍ਰਹਿਣ ਕਰਨਾ ਤੇ ਯਾਦ ਰੱਖਣਾ ਇਹ ਦੋਵੇਂ ਸਮੁੱਚੇ ਰੂਪ ਵਿੱਚ ਸਿੱਖਣਾ ਹਨ। ਇਹ ਕਿਹਦੀ ਗੱਲ ਕਹੀ ਗਈ ਹੈ? ਇਹ ਜਿਹੜੇ ਬੰਦੇ ਨੇ ਗੱਲ ਕਹੀ ਹੈ, ਕਥਨ ਕਿਹਾ, ਇਹ ਵੀ ਸਾਨੂੰ ਪੇਪਰ ਦੇ ਵਿੱਚ ਇੱਕ ਅੱਧਾ ਸਵਾਲ ਆ ਜਾਂਦਾ ਤੇ ਇਹ ਕਥਨ ਚੌਥੇ ਦਾ ਇਹ ਆਪਸ਼ਨ ਬਿਲਕੁਲ ਸਹੀ ਹੈ, ਭਾਵ ਕਿ ਊੜਾ। ਚੱਲਦੇ ਆ ਫਿਰ ਆਪਾਂ ਅਗਲੇ ਪ੍ਰਸ਼ਨ ਦੇ ਉੱਪਰ। ਸਿੱਖਣਾ ਤੇ ਗ੍ਰਹਿਣ ਕਰਨਾ ਇੱਕ ਅਜਿਹਾ ਬਦਲਾਅ ਹੈ ਉਹ ਜੋ ਮੂਲ ਰੂਪ ਵਿੱਚ ਸਥਾਈ ਹੈ, ਕਾਲਪਨਿਕ ਹੈ, ਸਥੂਲ ਹੈ। ਤੇ ਇਹਨਾਂ 5ਵੇਂ ਸਵਾਲ ਦਾ ਬਿਲਕੁਲ ਸਹੀ ਜਵਾਬ ਕੀ ਹੋਵੇਗਾ? ਸਿੱਖਣਾ ਤੇ ਗ੍ਰਹਿਣ ਕਰਨਾ ਇੱਕ ਅਜਿਹਾ ਬਦਲਾਅ ਹੈ ਜੋ ਮੂਲ ਰੂਪ ਵਿੱਚ ਸਥਾਈ ਹੁੰਦਾ ਹੈ। ਊੜਾ ਆਪਸ਼ਨ ਬਿਲਕੁਲ ਸਹੀ ਹੈ। ਅਗਲੇ ਸਵਾਲ ਤੇ ਚੱਲਦੇ ਹਾਂ ਆਪਾਂ। ਅਗਲਾ ਸਵਾਲ ਸਾਡੇ ਕੋਲੇ ਹੈ, ਸਿੱਖਣ ਨਾਲ ਬੱਚਾ ਗ੍ਰਹਿਣ ਕਰਦਾ ਹੈ ਕਿ? 6ਵੇਂ ਸਵਾਲ ਦਾ ਬਿਲਕੁਲ ਸਹੀ ਜਵਾਬ ਹੋਏਗਾ ਡੀ, ਉਪਰੋਕਤ ਸਾਰੇ ਗਿਆਨ, ਕੌਸ਼ਲ, ਮਨੋਵਿਰਤੀਆਂ ਇਹ ਸਾਰੇ ਹੀ ਸਿੱਖਣ ਨਾਲ ਬੱਚਾ ਗ੍ਰਹਿਣ ਕਰਦਾ। ਠੀਕ ਹੈ। ਸਿੱਖਣਾ ਇੱਕ ਮਨੁੱਖ ਲਈ ਹੁੰਦਾ ਹੈ, ਵਿਅਕਤੀਗਤ, ਸਮੂਹਿਕ, ਸਮਾਜਿਕ, ਆਰਥਿਕ। ਸਿੱਖਣਾ ਇੱਕ ਮਨੁੱਖ ਲਈ ਕਿਸ ਪ੍ਰਕਾਰ ਦਾ ਹੋ ਸਕਦਾ ਹੈ? ਵਿਅਕਤੀਗਤ ਹੋ ਸਕਦਾ ਹੈ। ਇਹ ਆਪਸ਼ਨ ਬਿਲਕੁਲ ਸਹੀ ਹੈ। ਸਿੱਖਣਾ ਇੱਕ ਮਨੁੱਖ ਲਈ ਹੁੰਦਾ ਹੈ। ਇੱਕ ਮਨੁੱਖ ਲਈ ਪੁੱਛਿਆ ਗਿਆ ਤਾਂ ਵਿਅਕਤੀਗਤ ਰਹੂਗਾ। ਸੋ ਇੱਥੇ ਇਹ ਆਪਸ਼ਨ ਬਿਲਕੁਲ ਸਹੀ ਹੈ। ਸਿੱਖਣਾ ਪਰ ਮਨੁੱਖ ਸਮਾਜ ਦੇ ਵਿੱਚ ਰਹਿ ਕੇ ਸਿੱਖਦਾ ਹੈ। ਸਮਾਜ ਦੇ, ਜਿਵੇਂ ਆਪਾਂ ਭਾਸ਼ਾ ਦੀ ਵੀ ਗੱਲ ਕਰਦੇ ਹਾਂ, ਭਾਸ਼ਾ ਸਮਾਜ ਦੇ ਵਿੱਚ ਰਹਿ ਕੇ ਵਿਕਸਿਤ ਹੁੰਦੀ ਹੈ। ਉਸੇ ਤਰੀਕੇ ਦੇ ਨਾਲ ਸਿੱਖਣਾ ਅਸੀਂ ਪ੍ਰੋਪਰ ਪੂਰੇ ਸਮਾਜ ਦੇ ਵਿੱਚ ਰਹਿ ਕੇ ਸਿੱਖ ਸਕਦੇ ਹਾਂ, ਪਰ ਇੱਕ ਵਿਅਕਤੀ ਲਈ ਸਿੱਖਣਾ ਵਿਅਕਤੀਗਤ ਹੋ ਸਕਦਾ। ਸਿੱਖਣਾ ਕਿਹੜੀ ਕਿਸਮ ਦੀ ਪ੍ਰਕਿਰਿਆ ਹੈ? ਅਧਿਆਤਮਿਕ, ਮਨੋਵਿਗਿਆਨਿਕ, ਰਹੱਸਵਾਦੀ ਜਾਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਹੁਣ 8ਵੇਂ ਦਾ ਬਿਲਕੁਲ ਸਹੀ ਜਵਾਬ ਹੋਵੇਗਾ ਸਿੱਖਣਾ ਸਾਡੇ ਮਨ ਦੇ ਨਾਲ ਸੰਬੰਧਿਤ ਹੈ। ਕਈ ਲੋਕ ਜ਼ਿਆਦਾ ਸਿੱਖ ਲੈਂਦੇ ਆ ਦਿਮਾਗ ਦੇ ਕਰਕੇ, ਕਈ ਲੋਕ ਘੱਟ ਸਿੱਖਦੇ ਆ ਦਿਮਾਗ ਦੇ ਕਰਕੇ, ਮਨ ਦੇ ਕਰਕੇ, ਤੇ ਕਈ ਲੋਕ ਬਹੁਤ ਹੌਲੀ ਹੌਲੀ ਸਿੱਖਦੇ ਆ। ਸੋ ਜਲਦੀ ਸਿੱਖਦੇ ਆ ਜਾਂ ਬਹੁਤ ਘੱਟ ਧੀਮੀ ਗਤੀ ਦੇ ਵਿੱਚ ਸਿੱਖਦੇ ਆ, ਜਾਂ ਫਿਰ ਜਿਹੜਾ ਹੈਗਾ ਬਹੁਤ ਤੇਜ਼ੀ ਗਤੀ ਦੇ ਵਿੱਚ ਸਿੱਖਦੇ ਆ, ਜਾਂ ਫਿਰ ਸਿੱਖਦੇ ਹੀ ਨਹੀਂ, ਬਹੁਤ ਲੰਬਾ ਟਾਈਮ ਲੱਗਦਾ ਸਿੱਖਣ ਦੇ ਵਿੱਚ। ਤਾਂ ਇਹ ਮਨੋਵਿਗਿਆਨਿਕ ਪ੍ਰਕਿਰਿਆ ਹੈ। ਸਾਡੇ ਕੋਲ ਐਡਾਪਸ਼ਨ ਬਿਲਕੁਲ ਸਹੀ ਹੈ। ਅਗਲੇ ਸਵਾਲ ਤੇ ਚੱਲਦੇ ਆਪਾਂ। ਅਗਲਾ ਸਵਾਲ ਹੈ ਸਾਡੇ ਕੋਲੇ 9ਵਾਂ ਅਗਲਾ ਸਵਾਲ ਹੈ ਸਾਡੇ ਕੋਲੇ, ਜਲਦੀ ਸਿੱਖਣ ਲਈ ਤੇ ਗ੍ਰਹਿਣ ਕਰਨ ਲਈ ਵਿਦਿਆਰਥੀ ਕਿਹੋ ਜਿਹਾ ਹੋਣਾ ਚਾਹੀਦਾ ਹੈ? ਕਾਰਜਸ਼ੀਲ, ਆਲਸੀ, ਸੁਸਤ, ਉਪਰੋਕਤ ਸਾਰੇ ਗੁਣ।
ਸੋ ਜਲਦੀ ਸਿੱਖਣਾ ਹੈ ਤਾਂ ਵਿਦਿਆਰਥੀ ਦੇ ਵਿੱਚ ਐਕਟੀਵਿਟੀ ਹੋਣੀ ਚਾਹੀਦੀ ਹੈ, ਜ਼ਿਆਦਾ ਉਹ ਐਕਟਿਵ ਹੋਣਾ ਚਾਹੀਦਾ ਵਿਦਿਆਰਥੀ। ਸੋ ਕਾਰਜਸ਼ੀਲ, क्रियात्मक है ना, क्रियाशील होना चाहिए। ऊड़ा ऑप्शन बिल्कुल सही है। अगले सवाल ते चलांगे। ਵਧੇਰੇ ਬੁੱਧੀਮਾਨ ਮਨੁੱਖ ਕਿਵੇਂ ਸਿੱਖਦਾ ਹੈ? ਜਲਦੀ ਤੇ ਵਧੇਰੇ, ਹੌਲੀ ਹੌਲੀ, ਹੌਲੀ ਹੌਲੀ, ਪਰ ਸਥਾਈ ਕੁਝ ਕਹਿ ਨਹੀਂ ਸਕਦੇ। ਜਿਹੜਾ ਜ਼ਿਆਦਾ ਬੁੱਧੀਮਾਨ ਆ ਉਹ ਜਲਦੀ ਤੇ ਵਧੇਰੇ ਸਿੱਖਦਾ ਹੈ। ਸੋ ਊੜਾ ਆਪਸ਼ਨ ਬਿਲਕੁਲ ਸਹੀ ਹੈ। ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਸਿੱਖਣ ਤੇ ਅਧਿਆਪਨ ਵਿਚਕਾਰ ਕੋਈ ਅੰਤਰ ਨਹੀਂ, ਡੂੰਘਾ ਸੰਬੰਧ ਹੈ, ਥੋੜ੍ਹਾ ਸੰਬੰਧ ਹੈ, ਉਪਰੋਕਤ ਦੇ ਵਿੱਚੋਂ ਕੋਈ ਵੀ ਨਹੀਂ। ਸੋ ਸਿੱਖਣ ਤੇ ਅਧਿਆਪਨ ਵਿਚਕਾਰ ਕਿਸ ਪ੍ਰਕਾਰ ਦਾ ਸੰਬੰਧ ਹੈ? ਸਵਾਲ ਸਾਡੇ ਕੋਲ ਇਹ ਹੈ, ਸਿੱਖਣ ਤੇ ਅਧਿਆਪਨ ਵਿਚਕਾਰ ਕੋਈ ਅੰਤਰ ਨਹੀਂ ਹੈ। ਊੜਾ ਆਪਸ਼ਨ ਬਿਲਕੁਲ ਸਹੀ ਹੈ। ਠੀਕ ਹੈ, ਸਿੱਖਣ ਤੇ ਅਧਿਆਪਨ ਵਿਚਕਾਰ ਕੋਈ ਅੰਤਰ ਨਹੀਂ ਹੈ। ਅਗਲੇ ਸਵਾਲ ਤੇ, ਭਾਸ਼ਾ ਸਿੱਖਿਆ ਵਿੱਚ ਬਹੁਤ ਮਹੱਤਵ ਹੁੰਦਾ ਹੈ ਸੂਚਨਾਵਾਂ ਦਾ, ਤੱਥਾਂ ਦਾ, ਭਾਵਾਂ ਦੀ ਪ੍ਰਕਿਰਤੀ ਦਾ, ਉਪਰੋਕਤ ਸਾਰੇ। ਭਾਸ਼ਾ ਸਿੱਖਿਆ ਵਿੱਚ ਬਹੁਤ ਮਹੱਤਵ ਇਹਨਾਂ ਚਾਰੇ ਆਪਸ਼ਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਬਿਲਕੁਲ ਸਹੀ ਹੋਵੇਗੀ? ਤਾਂ ਉਮੀਦ ਹੈ ਕਿ ਤੁਸੀਂ ਜਵਾਬ ਸੋਚ ਲਿਆ ਹੋਣਾ। ਡੀ ਆਪਸ਼ਨ ਬਿਲਕੁਲ ਸਹੀ ਹੈ, ਉਪਰੋਕਤ ਸਾਰੇ, ਸੂਚਨਾਵਾਂ ਦਾ, ਤੱਥਾਂ ਦਾ ਤੇ ਭਾਵਾਂ ਦੀ ਪ੍ਰਕਿਰਤੀ ਦਾ। ਬੱਚਾ ਵਾਤਾਵਰਨ ਤੋਂ ਭਾਸ਼ਾ ਕਿਵੇਂ ਸਿੱਖਦਾ ਹੈ? ਅਨੁਕਰਨ ਦੁਆਰਾ, ਅਨੁਭਵ ਦੁਆਰਾ, ਲਿਖ ਕੇ, ਸੁਣ ਕੇ। ਤਾਂ ਇਹ ਤੁਸੀਂ ਬਹੁਤ ਵਾਰ ਦੇਖਿਆ ਹੋਊਗਾ ਕਿ ਅਨੁਕਰਨ ਦੁਆਰਾ ਆਪਸ਼ਨ ਊੜਾ ਬਿਲਕੁਲ ਸਹੀ ਰਹਿੰਦੀ ਹੈ। ਸੋ ਊੜਾ ਆਪਸ਼ਨ ਇੱਥੇ ਬਿਲਕੁਲ ਸਹੀ ਹੈ। ਅਗਲੇ ਸਵਾਲ ਤੇ ਜਾਂਦੇ ਆਪਾਂ। 14 ਨੰਬਰ, ਭਾਸ਼ਾ ਸਿੱਖਣਾ ਬੱਚੇ ਦੀ ਪ੍ਰਵਿਰਤੀ ਹੈ, ਅਸੁਭਾਵਿਕ, ਸਹਿਜ, ਸੁਭਾਵਿਕ, ਸਹਿਜ ਤੇ ਸੁਭਾਵਿਕ। ਭਾਸ਼ਾ ਸਿੱਖਣਾ ਬੱਚੇ ਦੀ ਜਿਹੜੀ ਪ੍ਰਵਿਰਤੀ ਉਹ ਸਹਿਜ ਤੇ ਸੁਭਾਵਿਕ ਹੁੰਦੀ ਹੈ। ਸੋ ਡੀ ਆਪਸ਼ਨ ਇੱਥੇ ਬਿਲਕੁਲ ਸਹੀ ਹੈ। ਅਗਲੇ ਕੁਐਸਚਨ ਤੇ ਚੱਲਾਂਗੇ। ਭਾਸ਼ਾ ਸਿੱਖਣ ਦੇ ਸੁਭਾਵਿਕਤਾ ਦੇ ਸਿਧਾਂਤ ਦਾ ਅਰਥ ਕੀ ਹੈ ਜਾਂ ਆਧਾਰ ਕੀ ਹੈ? ਬੱਚਾ ਸੁਭਾਵਿਕ ਹਾਲਤ ਵਿੱਚ ਬੈਠ ਕੇ ਸਿੱਖਦਾ ਹੈ। ਬੱਚਾ ਸਵੇਰੇ ਜਲਦੀ ਇਸ ਤਰੀਕੇ ਦਾ ਨਹੀਂ। ਭਾਸ਼ਾ ਸਿੱਖਣ ਦੀ ਸ਼ਕਤੀ ਕੁਦਰਤੀ ਹੈ। ਬੱਚਾ ਸੁਚੇਤ ਤੌਰ ਤੇ ਸਿੱਖਦਾ ਹੈ। ਸੋ ਸੁਭਾਵਿਕ ਹਾਲਤ ਦੇ ਵਿੱਚ ਸਿੱਖਦਾ। ਇੱਥੇ ਐਡ ਆਪਸ਼ਨ ਬਿਲਕੁਲ ਸਹੀ ਹੈ। ਅਗਲੇ ਕੁਐਸਚਨ ਤੇ, ਭਾਸ਼ਾ ਸਿੱਖਣ ਦਾ ਸੁਭਾਵਿਕ ਕਰਮ ਕੀ ਹੈ? ਓਕੇ, ਭਾਸ਼ਾ ਸਿੱਖਣ ਦਾ ਸੁਭਾਵਿਕ ਕਰਮ ਜਿਵੇਂ ਅਸੀਂ ਕਹਿੰਦੇ ਹਾਂ ਸੁਣਨਾ, ਸਮਝਣਾ, ਬੋਲਣਾ, ਪੜ੍ਹਨਾ ਤੇ ਲਿਖਣਾ। ਇੱਥੇ ਐਡ ਆਪਸ਼ਨ ਬਿਲਕੁਲ ਸਹੀ ਹੈ। ਐਡ ਆਪਸ਼ਨ ਇੱਥੇ ਬਿਲਕੁਲ ਸਹੀ ਹੋਵੇਗੀ। ਸੁਣਨਾ ਤੇ ਸਮਝਣਾ ਨਾਲ ਨਾਲ ਚੱਲਦੀ ਪ੍ਰਕਿਰਿਆ ਹੈ। ਸੋ ਇਹ ਵੀ ਆਪਾਂ ਯਾਦ ਰੱਖਣਾ ਹੈ। ਅਗਲੇ ਸਵਾਲ ਤੇ ਚੱਲਦੇ ਹਾਂ। ਭਾਸ਼ਾ ਪਾਠ ਸਮੱਗਰੀ ਤੇ ਉਸ ਦੀਆਂ ਅਧਿਆਪਨ ਪੱਧਤੀਆਂ ਦੀ ਚੋਣ ਦਾ ਆਧਾਰ ਹੋਣਾ ਚਾਹੀਦਾ ਹੈ। ਅਧਿਆਪਕ ਦਾ ਪੜ੍ਹਾਉਣ ਦਾ ਢੰਗ, ਸਕੂਲ ਦੀ ਸਮਰੱਥਾ, ਪਾਠ ਪੁਸਤਕਾਂ, ਬੱਚਿਆਂ ਦੀ ਰੁਚੀ, ਰੁਝਾਨ ਤੇ ਜ਼ਰੂਰਤਾਂ। 17ਵੇਂ ਸਵਾਲ ਦਾ ਬਿਲਕੁਲ ਸਹੀ ਜਵਾਬ ਹੈ ਡੀ ਆਪਸ਼ਨ। ਬੱਚਿਆਂ ਦੀ ਰੁਚੀ ਤੇ ਰੁਝਾਨ, ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਣਾ ਹੈ। ਸੋ ਇਸ ਆਧਾਰ ਤੇ ਅਸੀਂ ਡੀ ਆਪਸ਼ਨ ਨੂੰ ਬਿਲਕੁਲ ਸਹੀ ਮੰਨਦੇ ਹਾਂ। ਅਗਲੀ ਪ੍ਰਸ਼ਨ, ਦਿਮਾਗ ਦੀ ਕਿਰਿਆ ਕੇਵਲ ਸਰੀਰ ਦੇ ਅੰਗਾਂ ਦੇ ਉਚਿਤ ਅਭਿਆਸ ਤੇ ਸਿਖਲਾਈ ਦੁਆਰਾ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਕਿਸ ਵਿਦਵਾਨ ਦਾ ਕਥਨ ਹੈ? 18ਵੇਂ ਸਵਾਲ ਦਾ ਬਿਲਕੁਲ ਸਹੀ ਜਵਾਬ ਹੈ ਊੜਾ ਆਪਸ਼ਨ, ਮਹਾਤਮਾ ਗਾਂਧੀ ਦਾ ਵਿਚਾਰ ਹੈ। ਸੋ ਗ੍ਰੇਟਸ ਦਾ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ। ਸੋ ਇਹਨਾਂ ਬਾਰੇ ਸਾਨੂੰ ਪੁੱਛ ਲਿਆ ਜਾਂਦਾ ਹੈ। ਠੀਕ ਹੈ, ਅਗਲੇ ਸਵਾਲ ਤੇ, ਅਵੇਨਾ ਬੱਚੇ ਵਿੱਚ ਕੀ ਪੈਦਾ ਕਰਦਾ ਹੈ? ਨਾਟਕ ਅਵੇਨਾ ਬੱਚੇ ਦੇ ਵਿੱਚ ਕੀ ਪੈਦਾ ਕਰਦਾ ਹੈ? ਸੋ ਇਸ ਦਾ ਬਿਲਕੁਲ ਸਹੀ ਜਵਾਬ ਹੋਵੇਗਾ ਕਿਹੜੀ ਆਪਸ਼ਨ? ਆਪਸ, ਕਿਰਿਆਸ਼ੀਲਤਾ, ਅਕਾਊਪੁਣਾ, ਨਿਰਾਸ਼ਤਾ। ਕਿਰਿਆਸ਼ੀਲਤਾ ਪੈਦਾ ਕਰਦਾ ਹੈ। ਅਵੇਨਾ ਬੱਚਿਆਂ ਦੇ ਵਿੱਚ ਕਿਰਿਆਸ਼ੀਲਤਾ ਪੈਦਾ ਕਰਦਾ। ਕਿਰਿਆਸ਼ੀਲਤਾ ਭਾਵ ਉਹ ਐਕਟਿਵ ਹੁੰਦੇ ਆ ਜਦੋਂ ਉਹ ਖੁਦ ਨਾਟਕ ਨੂੰ ਮੰਚ ਦੇ ਉੱਪਰ ਜਾ ਕੇ ਖੇਡਦੇ ਆ ਤੇ ਉਸ ਦੇ ਵਿੱਚ ਰੁਚੀ ਰੱਖਦੇ ਆ। ਇਸ ਤੋਂ ਬਿਨਾਂ ਉਹਨਾਂ ਦਾ ਬੋਲਣ ਦਾ, ਸਮਝਣ ਦਾ ਜਿਹੜਾ ਕਹਿ ਲਓ ਕੌਸ਼ਲ ਹੈ ਉਹ ਵੀ ਇਸ ਦੇ ਨਾਲ ਵਿਕਸਿਤ ਹੁੰਦਾ। ਸੋ ਉਹਨਾਂ ਨੂੰ ਅਵੇਨਾ ਬੱਚੇ ਵਿੱਚ ਪੈਦਾ ਕਰਦਾ ਹਮੇਸ਼ਾ ਕਿਰਿਆਸ਼ੀਲਤਾ। ਐਡ ਆਪਸ਼ਨ ਬਿਲਕੁਲ ਸਹੀ ਹੈ। ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਭਾਸ਼ਾ ਦੇ ਬੋਲਚਾਲ ਦੇ ਸਿਧਾਂਤ ਤੋਂ ਕੀ ਭਾਵ ਹੈ? ਬੋਲਚਾਲ ਦੇ ਸਿਧਾਂਤ ਤੋਂ ਭਾਸ਼ਾ ਦੇ ਕੀ ਅਰਥ ਹੋਵੇਗਾ? ਬੋਲਚਾਲ ਦੇ ਸਿਧਾਂਤ ਦਾ ਭਾਸ਼ਾ ਦੇ ਟੌਪਿਕ ਦੇ ਵਿੱਚ। ਤਾਂ ਬੱਚਾ ਉੱਚੀ ਬੋਲ ਕੇ ਪਾਠ ਯਾਦ ਕਰੇ। ਅਗਲੀ ਆਪਸ਼ਨ ਹੈ ਅਧਿਆਪਕ ਬੋਲ ਕੇ ਪੜ੍ਹਾਵੇ। ਬੱਚੇ ਨੂੰ ਬੋਲਣ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕੀਤੇ ਜਾ ਸਕਣ। ਤਾਂ ਬੱਚੇ ਨੂੰ ਵੱਧ ਤੋਂ ਵੱਧ ਬੋਲਣ ਦੇ ਜਿਹੜੇ ਮੌਕੇ ਆ ਉਹ ਦਿੱਤੇ ਜਾਣ। ਤੇ ਚਾਈਲਡ ਸੈਂਟਰਡ ਇੱਕ ਆਪਸ਼ਨ ਹੋ ਗਈ ਹੈ। ਸੋ ਇਸ ਆਧਾਰ ਤੇ ਅਸੀਂ ਸੀ ਆਪਸ਼ਨ ਨੂੰ ਬਿਲਕੁਲ ਸਹੀ ਮੰਨਾਂਗੇ। ਇੱਥੇ ਬਿਲਕੁਲ ਰਾਈਟ ਜਵਾਬ ਹੈ ਈਡੀ ਆਪਸ਼ਨ। ਬੱਚੇ ਨੂੰ ਬੋਲਣ ਦੇ ਵੱਧ ਤੋਂ ਵੱਧ ਮੌਕੇ ਦਿੱਤੇ ਜਾਣ। ਅਗਲੇ ਪ੍ਰਸ਼ਨ ਤੇ ਚੱਲਦੇ ਆਪਾਂ। ਵਿਦਿਆਰਥੀਆਂ ਨੇ ਕੁਰਸੀ ਉੱਤੇ ਲੇਖ ਲਿਖਿਆ। ਵਿਦਿਆਰਥੀਆਂ ਨੇ ਕੁਰਸੀ ਤੇ ਲੇਖ ਲਿਖਿਆ। ਇਸ ਆਧਾਰ ਤੇ ਮੇਜ਼ ਤੇ ਲੇਖ ਲਿਖਣ ਲਈ ਕਿਹੜਾ ਭਾਸ਼ਾ ਸੂਤਰ ਵਰਤੋਂ ਵਿੱਚ ਆਵੇਗਾ? ਮੋਸਟ ਇੰਪੋਰਟੈਂਟ ਸਵਾਲ ਹੈ। ਸੋ ਸਾਨੂੰ ਭਾਸ਼ਾ ਸੂਤਰ ਜਿੰਨੇ ਵੀ ਬਣਦੇ ਆ ਜਾਂ ਅਧਿਆਪਨ ਵਿਧੀਆਂ ਦੇ ਲਈ ਅਸੀਂ ਜਿਹੜੇ ਸੂਤਰਾਂ ਦਾ ਪ੍ਰਯੋਗ ਕਰਦੇ ਹਾਂ ਜਦੋਂ ਅਸੀਂ ਪੈਡਾਗੋਜੀ ਦਾ ਅਧਿਐਨ ਕਰਦੇ ਹਾਂ ਜਾਂ ਬੱਚਿਆਂ ਨੂੰ ਪੜ੍ਹਾਉਣ ਦੇ ਸਮੇਂ, ਸੋ ਉਹਨਾਂ ਸਾਰੇ ਸੂਤਰਾਂ ਨੂੰ ਅਸੀਂ ਧਿਆਨ ਦੇ ਵਿੱਚ ਰੱਖਾਂਗੇ। ਸੋ ਉਸੇ ਦੇ ਵਿੱਚੋਂ ਹੀ 21ਵਾਂ ਸਵਾਲ ਇੱਕ ਹੈ। ਸੋ 21ਵੇਂ ਦਾ ਬਿਲਕੁਲ ਸਹੀ ਜਵਾਬ ਕਿਹੜਾ ਹੋਏਗਾ?
ਵਿਦਿਆਰਥੀ ਨੇ ਕੁਰਸੀ ਤੇ ਲੇਖ ਲਿਖਿਆ, ਇਸ ਆਧਾਰ ਤੇ ਮੇਜ਼ ਤੇ ਲੇਖ ਲਿਖ ਰਿਹਾ ਹੈ ਤਾਂ ਉਹ ਗਿਆਤ ਤੋਂ ਅਗਿਆਤ ਵੱਲ ਜਾ ਰਿਹਾ ਹੈ। ਜਿਸ ਚੀਜ਼ ਦਾ ਉਹਨੂੰ ਪਹਿਲਾਂ ਤੋਂ ਗਿਆਨ ਹੈ, ਇਸ ਤੋਂ ਬਿਨਾਂ ਜਿਹਦਾ ਨਹੀਂ, ਉਸ ਆਧਾਰ ਤੇ ਉਹ ਲੇਖ ਅਗਲਾ ਲਿਖ ਰਿਹਾ। ਭਾਸ਼ਾ ਸਿੱਖਿਆ ਵਿੱਚ ਸਰਲ ਸ਼ਬਦਾਂ, ਵਾਕਾਂਸ਼ਾਂ ਤੇ ਵਾਕਾਂ ਆਦਿ ਨੂੰ ਪਹਿਲਾਂ ਪੜ੍ਹਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਮਿਸ਼ਰਤ ਤੇ ਸੰਯੁਕਤ ਸ਼ਬਦ ਜਾਂ ਵਾਕ ਪੜ੍ਹਾਉਣੇ ਚਾਹੀਦੇ ਹਨ। ਇੱਥੇ ਕਿਹੜਾ ਸਿੱਖਿਆ ਭਾਸ਼ਾ ਸੂਤਰ ਲੱਗੇਗਾ? ਸੋ 22ਵੇਂ ਦਾ ਬਿਲਕੁਲ ਸਹੀ ਜਵਾਬ ਕਿਹੜਾ ਹੋਵੇਗਾ? ਉਮੀਦ ਹੈ ਕਿ ਤੁਸੀਂ ਜਵਾਬ ਸੋਚ ਲਿਆ ਹੋਣਾ। ਸੋ ਸੌਖ ਤੋਂ ਔਖ ਵੱਲ ਦਾ ਸੂਤਰ ਇੱਥੇ ਬਿਲਕੁਲ ਸਹੀ ਹੋਵੇਗਾ। ਸੌਖ ਤੋਂ ਔਖ ਵੱਲ ਦਾ ਸੂਤਰ, ਸੋ ਇੱਥੇ ਸਾਡੇ ਕੋਲ ਊੜਾ ਆਪਸ਼ਨ ਬਿਲਕੁਲ ਸਹੀ ਹੈ। ਅਗਲੇ ਸਵਾਲ ਤੇ ਚੱਲਦੇ ਆਪਾਂ। ਭਾਸ਼ਾ ਸਿੱਖਿਆ ਦੇ ਸੂਤਰ ਮੂਰਤ ਤੋਂ ਅਮੂਰਤ ਵੱਲ ਤੋਂ ਕੀ ਭਾਵ ਹੈ? ਮੂਰਤ ਤੋਂ ਅਮੂਰਤ ਦਾ ਭਾਵ ਹੈ ਕਿ ਜੋ ਚੀਜ਼ ਬੱਚੇ ਨੂੰ ਅਸੀਂ ਸ਼ਬਦਾਂ ਦੇ ਨਾਲ ਸਮਝਾ ਦਿੱਤੀ ਹੈ ਉਹ ਤਾਂ ਕਲੀਅਰ ਹੈ, ਬਟ ਕਈ ਚੀਜ਼ਾਂ ਜਿਹੜੀਆਂ ਅਜਿਹੀਆਂ ਜੋ ਬੱਚੇ ਦੀ ਸਮਝ ਦੇ ਵਿੱਚ ਨਹੀਂ ਆਈਆਂ, ਸੋ ਉਹਨਾਂ ਵੱਲ ਵੀ ਅਸੀਂ ਕਿਸੇ ਤਰੀਕੇ ਦੇ ਨਾਲ ਲੈ ਕੇ ਜਾਣਾ। ਤਾਂ ਮੂਰਤ ਤੋਂ ਅਮੂਰਤ ਵੱਲ ਦਾ ਸਿਧਾਂਤ ਪੁੱਛਿਆ ਗਿਆ ਤਾਂ ਕੀ ਭਾਵ ਹੈ? ਸੋ 23ਵੇਂ ਦਾ ਬਿਲਕੁਲ ਸਹੀ ਜਵਾਬ ਕਿਹੜਾ ਹੋਵੇਗਾ? ਉਮੀਦ ਹੈ ਕਿ ਤੁਸੀਂ ਆਪਸ਼ਨ ਸੋਚ ਲਈ ਹੋਣੀ ਆ। ਤਸਵੀਰ ਦੇ ਜ਼ਰੀਏ ਪੜ੍ਹਾਉਣਾ, ਤਸਵੀਰ ਦੇ ਜ਼ਰੀਏ ਪੜ੍ਹਾਉਣਾ, ਅਮੂਰਤ ਵਸਤੂ ਵੱਲ ਧਿਆਨ ਕਰਾਉਣਾ, ਸਕੂਲ ਭਾਵ ਤੇ ਵਿਚਾਰ ਅਸਥੂਲਾਂ ਤੋਂ ਪਹਿਲਾਂ ਪੇਸ਼ ਕਰਨਾ। ਓਕੇ, ਸਥੂਲ ਜਿਹੜੇ ਭਾਵ ਹੈ, ਅਸਲ ਦੇ ਵਿੱਚ ਆਪਸ਼ਨ ਸਾਡੇ ਕੋਲੇ ਸੀ ਹੈ। ਸਥੂਲ ਭਾਵਾਂ ਤੇ ਵਿਚਾਰਾਂ ਨੂੰ, ਸਥੂਲ ਭਾਵਾਂ ਤੇ ਵਿਚਾਰਾਂ ਨੂੰ ਅਸਥੂਲ ਤੋਂ ਪਹਿਲਾਂ ਪੇਸ਼ ਕਰਨਾ। ਸੋ ਈਡੀ ਆਪਸ਼ਨ ਬਿਲਕੁਲ ਸਹੀ ਹੋਵੇਗੀ। ਈਡੀ ਆਪਸ਼ਨ ਇੱਥੇ ਬਿਲਕੁਲ ਰਾਈਟ ਜਵਾਬ। ਅਗਲਾ ਪ੍ਰਸ਼ਨ ਸਾਡੇ ਕੋਲੇ ਆ ਗਿਆ, ਲਿਖਣ ਕਲਾ ਵਿੱਚ ਨਿਪੁੰਨਤਾ ਲਿਆਉਣ ਲਈ ਕਿਸ ਵਿਧੀ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ? ਲਿਖਣ ਕਲਾ ਦੇ ਵਿੱਚ ਨਿਪੁੰਨਤਾ ਲੈ ਕੇ ਆਉਣੀ ਹੈ ਤੇ ਇਹਨਾਂ ਦੇ ਵਿੱਚੋਂ ਕਿਹੜੀ ਉਹ ਵਿਧੀ ਹੈ ਜੋ ਇਸ ਵਿਧੀ ਦੇ ਨਾਲ ਸੰਬੰਧਿਤ ਹੋ ਸਕਦੀ ਹੈ? ਬੋਲ ਲਿਖਤ ਵਿਧੀ, ਸ਼ਬਦ ਵਿਧੀ, ਅੱਖਰ ਵਿਧੀ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਰਾਈਟ ਜਵਾਬ ਉਮੀਦ ਹੈ ਕਿ ਤੁਸੀਂ ਸੋਚ ਲਿਆ ਹੋਣਾ ਤੇ ਬਾਕੀ ਆਪਾਂ ਦੇਖਦੇ ਹਾਂ। ਇਸ ਦਾ ਊੜਾ ਆਪਸ਼ਨ ਬਿਲਕੁਲ ਸਹੀ ਹੈ, ਉਹ ਆਪਸ਼ਨ ਊੜਾ ਆਪਸ਼ਨ। ਬੋਲ ਲਿਖਤ ਵਿਧੀ ਦੇ ਨਾਲ ਕੀ ਹੁੰਦਾ ਕਿ ਇੱਕ ਤਾਂ ਅਸੀਂ ਇਸ ਦੇ ਵਿੱਚ ਲਿਖਣ ਕਲਾ ਵਿੱਚ ਨਿਪੁੰਨਤਾ ਲਿਆ ਸਕਦੇ ਤੇ ਨਾਲ ਹੀ ਸੁਣਨ ਦੀ ਜਿਹੜੀ ਸ਼ਕਤੀ ਹੈ, ਕੌਸ਼ਲ ਹੈ, ਉਹ ਵੀ ਵਿਕਸਿਤ ਇਸ ਦੇ ਨਾਲ ਹੁੰਦਾ ਜਾਂ ਪਤਾ ਲੱਗਦਾ ਹੈ। ਅਗਲੇ ਸਵਾਲ ਤੇ ਆ ਜਾਓ। ਕਹਿੰਦੇ ਲਿਖਣਾ ਸਿੱਖਣ ਦੀ ਅੱਖਰ ਜੁੱਟ ਵਿਧੀ ਕਿਹੜੀ ਹੈ? ਲਿਖਣਾ ਸਿੱਖਣ ਦੀ ਅੱਖਰ ਜੁੱਟ ਵਿਧੀ ਕਿਹੜੀ ਹੈ? 25ਵੇਂ ਦਾ ਰਾਈਟ ਜਵਾਬ ਕਿਹੜਾ ਹੋਵੇਗਾ? ਚਲੋ ਜੀ, ਇਸ ਵਿੱਚ ਪਹਿਲਾਂ 35 ਦੇ ਅੱਖਰ ਲਿਖਾਏ ਜਾਂਦੇ ਹਨ, ਫਿਰ ਲਿਖਣਾ। ਇੱਥੇ ਵਰਣਮਾਲਾ ਦੇ ਅੱਖਰਾਂ ਦੀ ਬਣਤਰ ਨੂੰ ਮੁੱਖ ਰੱਖਦੇ ਉਹਨਾਂ ਦੀ ਜੁੱਟ ਬਣਾ ਕੇ ਲਿਖਣਾ ਸਿਖਾਇਆ ਜਾਂਦਾ ਹੈ। ਵਿਧੀ ਦੇ ਅੱਖਰਾਂ ਦੀ ਪਛਾਣ ਨਾਲ ਉਪਰੋਕਤ ਸਾਰੇ, ਇੱਥੇ ਜ਼ਿਆਦਾ ਜਿਹੜੀ ਸਹੀ ਆਪਸ਼ਨ ਹੋਊਗੀ। ਹੁਣ ਕਈ ਵਾਰ ਕੀ ਹੁੰਦਾ ਸਾਡੇ ਦਿਮਾਗ ਦੇ ਵਿੱਚ ਹੁੰਦਾ ਵੱਡੀ ਆਪਸ਼ਨ ਬਿਲਕੁਲ ਸਹੀ ਹੈ ਤੇ ਕਈ ਵਾਰ ਵੱਡੀ ਆਪਸ਼ਨ ਸਹੀ ਹੁੰਦੀ ਹੈ। ਸੋ ਇੱਥੇ ਵੀ ਸਾਡੇ ਕੋਲ ਐਡ ਆਪਸ਼ਨ ਬਿਲਕੁਲ ਸਹੀ ਹੈ। ਲਿਖਣਾ ਸਿੱਖਣ ਦੀ ਅੱਖਰ ਜੁੱਟ ਵਿਧੀ ਤੋਂ ਭਾਵ ਹੈ ਇੱਥੇ ਵਰਣਮਾਲਾ ਦੇ ਅੱਖਰਾਂ ਦੀ ਬਣਤਰ ਨੂੰ ਮੁੱਖ ਰੱਖਦੇ ਉਹਨਾਂ ਦੇ ਜੁੱਟ ਬਣਾ ਕੇ ਲਿਖਣਾ। ਅਗਲੇ ਕੁਐਸਚਨ ਤੇ ਚੱਲਦੇ ਹਾਂ। ਹੁਣ ਜੁੱਟ ਬਣਾ ਕੇ ਲਿਖਣ ਦਾ ਭਾਵ ਕੀ ਹੈ ਕਿ ਜਿਵੇਂ ਰਾਰ ਹੈ ਇਹ ਤੋਂ ਹਾ ਬਣ ਗਿਆ ਹੈ ਨਾ, ਇਸ ਤਰੀਕੇ ਦੇ ਨਾਲ। ਅੱਗੇ ਚੱਲਦੇ ਹਾਂ ਆਪਾਂ ਅਗਲੇ ਸਵਾਲ ਤੇ। ਲਿਖਣ ਕੌਸ਼ਲ ਦੀ ਚੌਥੀ ਅਵਸਥਾ ਦਾ ਸੰਬੰਧ ਹੈ ਲਿਖਣ ਅਤੇ ਪੜ੍ਹਨ ਨਾਲ। ਲਿਖਣ ਕੌਸ਼ਲ ਨੂੰ ਆਦਰਸ਼ਕ ਬਣਾਉਣ ਲਈ ਸਾਰੀਆਂ ਅਵਸਥਾਵਾਂ ਨਾਲ ਵਿਧੀ ਦੇ ਅੱਖਰਾਂ ਦੀ ਪਛਾਣ ਨਾਲ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਸਹੀ। ਸੋ 26ਵੇਂ ਦਾ ਬਿਲਕੁਲ ਸਹੀ ਜਵਾਬ ਹੋਊਗਾ ਐਡ ਆਪਸ਼ਨ। ਲਿਖਣ ਕੌਸ਼ਲ ਦੀ ਚੌਥੀ ਅਵਸਥਾ ਦਾ ਸੰਬੰਧ ਹੈ ਲਿਖਣ ਕੌਸ਼ਲ ਨੂੰ ਆਦਰਸ਼ਕ ਬਣਾਉਣ ਲਈ ਸਾਰੀਆਂ ਅਵਸਥਾਵਾਂ ਦੇ ਨਾਲ। ਜੇਕਰ ਅਸੀਂ ਲਿਖਣ ਕੌਸ਼ਲ ਨੂੰ ਆਦਰਸ਼ਕ ਸ਼ੁੱਧ ਬਣਾਉਣਾ ਤਾਂ ਉਹਨਾਂ ਸਾਰੀਆਂ ਅਵਸਥਾਵਾਂ ਵੱਲ ਧਿਆਨ ਦੇਵਾਂਗੇ ਜੋ ਲਿਖਣ ਕੌਸ਼ਲ ਦੀ ਚੌਥੀ ਅਵਸਥਾ ਦੇ ਵਿੱਚ ਆਉਂਦੀਆਂ ਹਨ। ਸੋ ਅੱਗੇ ਚੱਲਦੇ ਹਾਂ ਅਗਲੇ ਸਵਾਲ ਦੇ ਵੱਲ। ਲਿਖਣਾ ਸਿਖਾਉਣ ਲਈ ਸ਼ਬਦ ਰਚਨਾ ਤੇ ਵਾਕ ਰਚਨਾ ਦਾ ਕਾਰਨ ਕਿਹੜੀ ਅਵਸਥਾ ਵਿੱਚ ਸਿਖਾਇਆ ਜਾਂਦਾ ਹੈ? ਸੋ ਮੋਸਟ ਇੰਪੋਰਟੈਂਟ ਨੇ। ਅਸੀਂ ਪਿਛਲਾ ਸਵਾਲ ਵੀ ਦੇਖਿਆ, ਪਿਛਲੇ ਸਵਾਲ ਦੇ ਵਿੱਚ ਆਪਾਂ ਕੀ ਦੇਖਿਆ ਸੀ, 1 ਸੈਕਿੰਡ ਆਪਾਂ ਉਸਨੂੰ ਚੈੱਕ ਕਰ ਲਓ। ਚੌਥੀ ਅਵਸਥਾ ਦਾ ਜ਼ਿਕਰ ਕੀਤਾ ਸੀ। ਅਗਲੀ ਦੇ ਵਿੱਚ ਹੁਣ ਆਪਾਂ ਇਹ ਸਾਰੀਆਂ ਅਵਸਥਾਵਾਂ ਨੂੰ ਜਿਹੜਾ ਹੈਗਾ ਕਵਰ ਕਰ ਲੈਣਾ, ਜਿੰਨੀਆਂ ਵੀ ਅਵਸਥਾਵਾਂ ਨੇ। ਜਿਵੇਂ ਚੌਥੀ ਅਵਸਥਾ ਹੋ ਗਈ ਤਾਂ 27ਵੇਂ ਪ੍ਰਸ਼ਨ ਤੇ ਆਪਾਂ ਆ ਗਏ। 27ਵੇਂ ਦਾ ਬਿਲਕੁਲ ਸਹੀ ਜਵਾਬ ਹੋਊਗਾ ਸਾਡੇ ਕੋਲੇ 27ਵੇਂ ਸਵਾਲ ਦਾ ਸੀ ਆਪਸ਼ਨ, ਤੀਜੀ ਅਵਸਥਾ। ਲਿਖਣ ਸਿਖਾਉਣ ਲਈ ਸ਼ਬਦ ਰਚਨਾ ਤੇ ਵਾਕ ਰਚਨਾ ਦਾ ਕਾਰਨ ਕਿਹੜੀ ਅਵਸਥਾ ਵਿੱਚ ਸਿਖਾਇਆ ਜਾਂਦਾ ਹੈ? ਤਾਂ ਸੀ ਆਪਸ਼ਨ ਇੱਥੇ ਈਡੀ ਆਪਸ਼ਨ ਬਿਲਕੁਲ ਸਹੀ ਹੈ। ਅਗਲੇ ਸਵਾਲ ਤੇ ਚੱਲਦੇ ਆਪਾਂ 28 ਨੰਬਰ ਤੇ। ਲਿਖਣ ਦੀ ਤਿਆਰੀ ਪਹਿਲੀ ਅਵਸਥਾ ਵਿੱਚ ਬੱਚੇ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਲਿਖਣ ਲਈ ਤਿਆਰ ਕੀਤਾ ਜਾਂਦਾ ਹੈ। ਲਿਖਣ ਲਈ ਸਾਧਨ ਮੁਹੱਈਆ ਕਰਵਾਏ ਜਾਂਦੇ ਹਨ। ਮਨ ਨਾਲ ਲਾ ਕੇ ਕੰਮ ਕਰਨਾ ਸਿਖਾਇਆ ਜਾਂਦਾ ਹੈ। ਉਪਰੋਕਤ ਸਾਰੇ ਹੀ ਸਹੀ ਹਨ। ਸੋ ਲਿਖਣ ਦੀ ਪਹਿਲੀ ਅਵਸਥਾ ਦੇ ਵਿੱਚ ਕਿਹੜੀਆਂ ਚੀਜ਼ਾਂ ਹੁੰਦੀਆਂ ਉਹ ਆਪਾਂ ਇਸੇ ਦੇ ਵਿੱਚ ਹੀ ਕਵਰ ਕਰ ਲੈਣਾ। ਸਰੀਰਕ ਅਤੇ ਮਾਨਸਿਕ ਤੌਰ ਤੇ ਬੱਚੇ ਨੂੰ ਦੇਖਿਆ ਜਾਂਦਾ ਵੀ ਲਿਖਣ ਲਈ ਤਿਆਰ ਹੈ, ਸਰੀਰਕ ਤੌਰ ਤੇ ਠੀਕ ਠਾਕ ਹੈ, ਉਹ ਲਿਖਣ ਦੇ ਕਾਬਿਲ ਹੈ, ਬੈਠਾ ਕਿਵੇਂ ਹੈ, ਇਹ ਸਾਰੀਆਂ ਚੀਜ਼ਾਂ ਅਸੀਂ ਇਸ ਦੇ ਵੱਲ ਦੇਖਦੇ ਹਾਂ ਪਹਿਲੀ ਅਵਸਥਾ ਦੇ ਵਿੱਚ।
ਅਗਲੇ ਦੇ ਵਿੱਚ ਆ ਜਾਓ। ਬੱਚਿਆਂ ਨੂੰ ਵਿਧੀਵਤ ਢੰਗ ਨਾਲ ਸਿਖਾਉਣ ਲਈ ਕੁਝ ਵਿਸ਼ੇਸ਼ ਯਤਨ ਕਰਨੇ ਪੈਂਦੇ ਹਨ। ਵਿਸ਼ੇਸ਼ ਵਸਤੂਆਂ ਦੀ ਸਹਾਇਤਾ ਲੈਣੀ ਪੈਂਦੀ ਹੈ, ਵਿਸ਼ੇਸ਼ ਅਵਸਥਾਵਾਂ 'ਚੋਂ ਲੰਘਣਾ ਪੈਂਦਾ, ਵਿਸ਼ੇਸ਼ ਸਾਧਨ ਵਰਤਣੇ ਪੈਂਦੇ ਹਨ। ਸੋ ਬੱਚਿਆਂ ਨੂੰ ਵਿਧੀਵਤ ਢੰਗ ਨਾਲ ਵਿਧੀਗਤ ਢੰਗ ਨਾਲ ਸਿਖਾਉਣ ਲਈ ਕੀ ਕਰਨਾ ਚਾਹੀਦਾ ਹੈ? ਤਾਂ ਵਿਸ਼ੇਸ਼ ਜਿਹੜੀਆਂ ਅਵਸਥਾਵਾਂ ਨੇ, ਪਹਿਲੀ ਅਵਸਥਾ, ਦੂਜੀ ਅਵਸਥਾ, ਤੀਜੀ ਅਵਸਥਾ, ਚੌਥੀ ਅਵਸਥਾ, ਇਹਨਾਂ ਅਵਸਥਾਵਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ, ਲੰਘਣਾ ਪੈਂਦਾ ਜੇਕਰ ਅਸੀਂ ਬੱਚਿਆਂ ਨੂੰ ਲਿਖਣਾ ਸਿਖਾਉਣਾ ਹੈ। ਠੀਕ ਹੈ, ਵਿਧੀਗਤ ਢੰਗ ਦੇ ਨਾਲ ਬੱਚਿਆਂ ਨੂੰ ਵਿਧੀਗਤ ਢੰਗ ਦੇ ਨਾਲ ਲਿਖਣਾ ਸਿਖਾਉਣ ਲਈ ਇੱਥੇ ਆਉਣਾ ਚਾਹੀਦਾ ਸੀ। ਲਿਖਣਾ ਸਿਖਾਉਣਾ ਲਈ ਕੁਝ ਜ਼ਰੂਰੀ ਕੀ ਹੋ ਸਕਦਾ ਹੈ? ਤਾਂ ਵਿਸ਼ੇਸ਼ ਅਵਸਥਾਵਾਂ ਦੇ ਵਿੱਚੋਂ ਲੰਘਣਾ। ਅੱਗੇ ਆ ਜਾਓ। ਭਾਸ਼ਾ ਦੇ ਦੋ ਮੁੱਖ ਰੂਪ ਕਿਹੜੇ ਹੋ ਸਕਦੇ ਹੈ? ਸੁਣਨਾ ਤੇ ਲਿਖਣਾ, ਦੇਖਣਾ ਤੇ ਪੜ੍ਹਨਾ, ਲਿਖਤ ਤੇ ਮੌਖਿਕ। ਸੀ ਆਪਸ਼ਨ ਬਿਲਕੁਲ ਸਹੀ ਹੈ, ਈਡੀ ਆਪਸ਼ਨ ਬਿਲਕੁਲ ਰਾਈਟ ਜਵਾਬ ਹੈ। ਬੱਚਾ ਭਾਸ਼ਾ ਦਾ ਵਰਣ ਸਿੱਖਣ ਸਮੇਂ ਸਭ ਤੋਂ ਪਹਿਲਾਂ ਸਿੱਖਦਾ ਹੈ ਮੌਨ ਪਾਠ, ਵਿਅਕਤੀਗਤ ਪਾਠ, ਉੱਚੀ ਪਾਠ, ਸਮੂਹਿਕ ਪਾਠ। ਤਾਂ ਕੀ ਸਿੱਖਦਾ ਹੈ ਬੱਚਾ? ਸਭ ਤੋਂ ਪਹਿਲਾਂ ਉੱਚੀ ਪਾਠ ਹੀ ਕਰਦਾ ਹੈ, ਤਾਂ ਈਡੀ ਆਪਸ਼ਨ ਬਿਲਕੁਲ ਸਹੀ ਹੈ। ਅਗਲੇ ਸਵਾਲ ਤੇ ਚੱਲਦੇ ਆਪਾਂ। ਵਾਚ ਮੁਦਰਾ ਤੋਂ ਭਾਵ ਹੈ ਕਿ ਪੜ੍ਹਦੇ ਸਮੇਂ ਹਿੱਲਣਾ, ਇਕਾਗਰ ਚਿੱਤ ਹੋ ਕੇ ਪੜ੍ਹਨਾ, ਬੈਠ ਕੇ ਪੜ੍ਹਨਾ, ਪੜ੍ਹਦੇ ਪੜ੍ਹਦੇ ਦ੍ਰਿਸ਼ਟੀ ਅਤੇ ਹੋਰ ਅੰਗਾਂ ਦਾ ਸਹੀ ਸੰਚਾਲਨ ਕਰਨਾ। ਸੋ ਪੜ੍ਹਦੇ ਪੜ੍ਹਦੇ ਇਹ ਸਹੀ ਹੈ, ਪੜ੍ਹਦੇ ਪੜ੍ਹਦੇ ਦ੍ਰਿਸ਼ਟੀ ਅਤੇ ਹੋਰ ਅੰਗਾਂ ਦਾ ਸਹੀ ਸੰਚਾਲਨ ਕਰਨਾ। ਡੀ ਆਪਸ਼ਨ ਬਿਲਕੁਲ ਰਾਈਟ ਜਵਾਬ ਹੈ। ਭਾਸ਼ਾ ਦੀ ਵਾਚਨ ਸਿੱਖਿਆ ਦੇ ਤਹਿਤ ਸਿਰਫ ਪੁਸਤਕ ਪੜ੍ਹਨਾ ਹੀ ਨਹੀਂ ਆਉਂਦਾ, ਸਗੋਂ ਅਰਥ ਸ਼ੋਧ ਹੋਣਾ ਚਾਹੀਦਾ ਹੈ, ਗਿਆਨ ਸ਼ੁੱਧ ਹੋਣਾ ਚਾਹੀਦਾ ਹੈ। ਅਰਥ ਸ਼ੁੱਧ ਅਤੇ ਗਿਆਨ ਸ਼ੁੱਧ ਦੋਵੇਂ ਹੋਣੇ ਚਾਹੀਦੇ ਹਨ। ਉਪਰੋਕਤ ਸਾਰੇ ਬਿਲਕੁਲ ਸਹੀ ਹੈ। ਸੋ ਇਹਨਾਂ 33ਵੇਂ ਦਾ ਬਿਲਕੁਲ ਸਹੀ ਜਵਾਬ ਕੀ ਹੋਏਗਾ? ਅਰਥ ਸ਼ੁੱਧ ਅਤੇ ਗਿਆਨ ਸ਼ੁੱਧ ਦੋਵੇਂ ਹੋਣੇ ਚਾਹੀਦੇ ਹੈ। ਠੀਕ ਹੈ, ਭਾਸ਼ਾ ਦੀ ਵਾਚਨ ਦੇ ਵਿੱਚ ਕੀ ਹੋਊਗਾ ਕਿ ਅਰਥ ਵੀ, ਪੜ੍ਹਨ ਦੇ ਵਿੱਚ ਕੀ ਹੋਊਗਾ ਕਿ ਅਰਥ ਸ਼ੁੱਧ ਹੋਣਾ ਚਾਹੀਦਾ, ਗਿਆਨ ਸ਼ੁੱਧ ਹੋਣਾ ਚਾਹੀਦਾ। ਸੋ ਇਹ ਸਾਰੇ ਇੱਥੇ ਈਡੀ ਆਪਸ਼ਨ ਬਿਲਕੁਲ ਸਹੀ ਰਹੂਗਾ। ਸੋ ਸੀ ਆਪਸ਼ਨ ਬਿਲਕੁਲ ਸਹੀ ਹੈ। ਅਗਲੇ ਸਵਾਲ ਤੇ ਚੱਲਦੇ। ਨਾਟਕ ਤੇ ਅਭਿਨੈ ਕੌਸ਼ਲ ਦੁਆਰਾ ਕਿਸ ਭਾਸ਼ਾ ਕੌਸ਼ਲ ਦਾ ਵਿਕਾਸ ਹੁੰਦਾ ਹੈ? ਲਿਖਣ ਕੌਸ਼ਲ ਦਾ, ਪੜ੍ਹਨ ਕੌਸ਼ਲ ਦਾ, ਮੌਖਿਕ ਪ੍ਰਗਟਾ। ਸੋ ਇੱਥੇ ਸੀ ਆਪਸ਼ਨ ਦਾ ਬਿਲਕੁਲ ਸਹੀ ਜਵਾਬ ਹੋਵੇਗਾ, ਸੀ ਆਪਸ਼ਨ ਹੋਏਗੀ ਇੱਥੇ। ਠੀਕ ਹੈ, ਸੋ ਇੱਥੇ ਰਾਈਟ ਜਵਾਬ ਹੈ ਈਡੀ ਆਪਸ਼ਨ। ਅਗਲੇ ਸਵਾਲ ਤੇ ਚੱਲਦੇ ਹਾਂ। ਉਹ ਕਿਹੜੀ ਯੋਗਤਾ ਹੈ ਜਿਸ ਵਿੱਚ ਸੁਣਨਾ ਦੇ ਬੋਲ ਚਾਲ ਭਾਸ਼ਾ ਕੌਸ਼ਲਾਂ ਦਾ ਅਭਿਆਸ ਇੱਕੋ ਸਮੇਂ ਹੁੰਦਾ ਹੈ? ਸੋ ਦੋਨਾਂ ਦਾ ਅਭਿਆਸ ਇੱਕੋ ਸਮੇਂ ਹੁੰਦਾ ਹੈ ਤਾਂ ਵਾਦ ਵਿਵਾਦ ਹੈ। ਐਡ ਆਪਸ਼ਨ ਬਿਲਕੁਲ ਸਹੀ ਹੈ, ਭਾਵ ਕਿ ਬੀ ਆਪਸ਼ਨ। ਅਗਲੇ ਸਵਾਲ ਤੇ ਚੱਲਦੇ ਹਾਂ ਆਪਾਂ। ਭਾਸ਼ਾ ਸਿੱਖਣ ਦਾ ਪਹਿਲਾ ਪੜਾਅ ਕਿਹੜਾ ਹੋਵੇਗਾ? 36 ਦਾ ਬਿਲਕੁਲ ਸਹੀ ਜਵਾਬ ਕਿਹੜਾ ਹੋਵੇਗਾ ਸਾਡੇ ਕੋਲੇ? ਤਾਂ ਭਾਸ਼ਾ ਦੇ ਵੱਖ ਵੱਖ ਤੱਤਾਂ ਨੂੰ ਗ੍ਰਹਿਣ ਕਰਨਾ, ਅੱਖਰਾਂ ਦੀ ਪਛਾਣ, ਸ਼ਬਦਾਂ ਦੀ ਸਮਝ, ਭਾਸ਼ਾ ਧੁਨੀਆਂ ਦੀ ਸਮਝ। ਪਹਿਲਾ ਪੜਾਅ ਭਾਸ਼ਾ ਦੇ ਵੱਖ ਵੱਖ ਤੱਤਾਂ ਨੂੰ ਗ੍ਰਹਿਣ ਕਰਨਾ, ਈਡੀ ਆਪਸ਼ਨ ਹੋਵੇਗਾ। ਅਗਲੇ ਸਵਾਲ ਤੇ ਆਪਾਂ ਚੱਲਦੇ ਹਾਂ। ਭਾਸ਼ਾ ਸਿੱਖਣ ਦਾ ਪਹਿਲਾ ਪੜਾਅ ਹੋਊਗਾ ਧੁਨੀਆਂ ਦੀ ਸਮਝ। ਡੀ ਆਪਸ਼ਨ ਬਿਲਕੁਲ ਸਹੀ ਹੈ, ਸੱਸਾ ਆਪਸ਼ਨ ਅਸੀਂ ਰਾਈਟ ਜਵਾਬ ਇੱਥੇ ਲਗਾਵਾਂਗੇ। ਠੀਕ ਹੈ, ਅਗਲੇ ਸਵਾਲ ਤੇ ਚੱਲਦੇ ਹਾਂ। ਜੇਕਰ ਬੱਚੇ ਨੂੰ ਜਨਮ ਤੋਂ ਹੀ ਸਮਾਜ ਤੋਂ ਵੱਖਰਾ ਕਰ ਦਿੱਤਾ ਜਾਵੇ ਤਾਂ ਕੀ ਉਹ ਭਾਸ਼ਾ ਸਿੱਖ ਸਕੇਗਾ? ਬਿਲਕੁਲ ਨਹੀਂ, ਸਿਰਫ ਲਿਖ ਸਕੇਗਾ, ਬੋਲ ਸਕੇਗਾ, ਕੁਝ ਕਹਿ ਨਹੀਂ ਸਕਦੇ। ਬਿਲਕੁਲ ਨਹੀਂ, ਊੜਾ ਆਪਸ਼ਨ ਬਿਲਕੁਲ ਸਹੀ ਹੈ। ਜੇਕਰ ਬੱਚੇ ਨੂੰ ਜਨਮ ਤੋਂ ਹੀ ਸਮਾਜ ਤੋਂ ਵੱਖਰਾ ਕਰ ਦਿੱਤਾ ਜਾਵੇ ਤਾਂ ਬਿਲਕੁਲ ਨਹੀਂ, ਉਹ ਭਾਸ਼ਾ ਨਹੀਂ ਸਿੱਖ ਸਕਦਾ। ਅਗਲੇ ਸਵਾਲ ਤੇ ਚੱਲਦੇ ਹਾਂ। ਭਾਸ਼ਾ ਦੀ ਕਾਰਜਸ਼ਾਲਾ ਕਿਸ ਨੂੰ ਕਿਹਾ ਜਾਂਦਾ ਹੈ? ਪੁਸਤਕਾਲੇ, ਲਾਇਬ੍ਰੇਰੀ ਨੂੰ, ਭਾਸ਼ਾ ਵਿਭਾਗ ਨੂੰ, ਸੱਭਿਆਚਾਰਕ ਵਿਭਾਗ ਨੂੰ। ਉਪਰੋਕਤ ਕੋਈ ਵੀ ਨਹੀਂ ਇੱਥੇ ਸਹੀ ਜਵਾਬ ਕਹਿੰਦੇ, ਪਰ ਇੱਥੇ ਬਿਲਕੁਲ ਸਹੀ ਜਵਾਬ ਹੈ ਕਾਰਜਸ਼ਾਲਾ ਕਿਹਾ ਜਾਂਦਾ ਹੈ ਪੁਸਤਕਾਲੇ, ਲਾਇਬ੍ਰੇਰੀ ਨੂੰ। ਅਗਲੇ ਸਵਾਲ ਤੇ ਚੱਲਦੇ ਹਾਂ। ਪੰਜਾਬੀ ਭਾਸ਼ਾ ਪ੍ਰਤੀ ਪਿਆਰ ਪੈਦਾ ਕਰਨ ਲਈ ਅਧਿਆਪਕ ਨੂੰ ਕੀ ਕਰਨਾ ਪਵੇਗਾ? ਪੰਜਾਬੀ ਭਾਸ਼ਾ ਦੇ ਨਾਲ ਪਿਆਰ ਪੈਦਾ ਕਰਨਾ ਹੈ ਤਾਂ ਪੰਜਾਬੀ ਭਾਸ਼ਾ ਦੇ ਸੱਭਿਆਚਾਰ ਤੇ ਕਦਰਾਂ ਕੀਮਤਾਂ ਬਾਰੇ ਸਮਝਾਇਆ ਜਾਵੇ ਤਾਂ ਇੱਥੇ ਡੀ ਆਪਸ਼ਨ ਬਿਲਕੁਲ ਸਹੀ ਹੈ। ਤਖਸ਼ੀਸ਼ੀ ਪ੍ਰੀਖਿਆ ਜਾਂ ਸਿੱਖਿਆ ਵੀ ਕਈ ਵਾਰੀ ਆ ਜਾਂਦਾ ਹੈ। ਤਖਸ਼ੀਸ਼ੀ ਸਿੱਖਿਆ ਦਾ ਮੁੱਖ ਕਾਰਜ ਕੀ ਹੋਵੇਗਾ? ਭਾਸ਼ਾ ਸੰਬੰਧੀ ਤਰੁੱਟੀਆਂ ਦੇ ਦੋਸ਼ਾਂ ਦਾ ਪਤਾ ਲਗਾਉਣਾ, ਬੱਚੇ ਦਾ ਅਗਲੀ ਕਲਾਸ ਵਿੱਚ ਵਾਧਾ ਕਰਨਾ। ਉਪਰੋਕਤ ਦੋਵੇਂ, ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਅਸਲ ਵਿੱਚ ਤਖਸ਼ੀਸ਼ੀ ਸਿੱਖਿਆ ਦੇ ਵਿੱਚ ਕੀ ਹੋਵੇਗਾ ਕਿ ਬੱਚੇ ਦੇ ਜਿਹੜੇ ਦੋਸ਼ ਹੈ, ਕਮੀਆਂ, ਉਹਨਾਂ ਦਾ ਪਤਾ ਲਗਾਇਆ ਜਾਵੇ ਅਤੇ ਫਿਰ ਹੀ ਅਸੀਂ ਉਹਨਾਂ ਦੀ ਜਿਹੜੀ ਹੈਗੀ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਦਾ ਜਿਹੜਾ ਕਹਿ ਲਓ ਕਿ ਉਹਨਾਂ ਦੋਸ਼ਾਂ ਨੂੰ, ਉਹਨਾਂ ਕਮੀਆਂ ਨੂੰ, ਉਹਨਾਂ ਤਰੁੱਟੀਆਂ ਨੂੰ ਦੂਰ ਕਰ ਸਕਦੇ ਹਾਂ। ਸੋ ਇੱਥੇ ਊੜਾ ਆਪਸ਼ਨ ਬਿਲਕੁਲ ਸਹੀ ਹੈ।
ਬੱਚਿਆਂ ਦੇ ਭਾਸ਼ਾ ਸੰਬੰਧੀ ਦੋਸ਼ਾਂ ਨੂੰ ਕਿਵੇਂ ਲੱਭਿਆ ਜਾ ਸਕਦਾ ਹੈ? ਨਿਰੀਖਣ ਦੁਆਰਾ, ਲਿਖਤੀ ਪ੍ਰੀਖਿਆ ਦੁਆਰਾ, ਗੱਲਬਾਤ ਦੁਆਰਾ, ਸਲਾਹ ਦੁਆਰਾ। ਤੇ ਇਹਨਾਂ ਦੇ ਵਿੱਚੋਂ ਸਹੀ ਜਵਾਬ ਕਿਹੜਾ ਹੋਵੇਗਾ? ਨਿਰੀਖਣ ਦੁਆਰਾ। ਊੜਾ ਆਪਸ਼ਨ ਬਿਲਕੁਲ ਸਹੀ ਹੈ। ਅਗਲੇ ਸਵਾਲ ਤੇ ਚੱਲਦੇ ਹਾਂ। ਭਾਸ਼ਾ ਸਿੱਖਿਆ ਦੇ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ। ਬੱਚੇ ਭਾਸ਼ਾ ਵਿੱਚ ਦਿਲਚਸਪੀ ਨਹੀਂ ਲੈਂਦੇ। ਅਧਿਆਪਕ ਨੂੰ ਵਿਆਕਰਨ ਦੇ ਨਿਯਮਾਂ ਦੀ ਜਾਣਕਾਰੀ ਨਹੀਂ। ਜਮਾਤ ਦੇ ਹਰੇਕ ਬੱਚੇ ਦੀ ਭਾਸ਼ਾ ਗ੍ਰਹਿਣ ਸ਼ਕਤੀ ਇੱਕੋ ਜਿਹੀ ਨਹੀਂ ਹੁੰਦੀ। ਉਪਰੋਕਤ ਸਾਰੀਆਂ ਹੀ ਸਹੀ ਹੈ ਜਾਂ ਫਿਰ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਊਗਾ। ਸੋ ਇਸ ਸਵਾਲ ਦਾ ਸਹੀ ਜਵਾਬ ਹੋਊਗਾ ਕਿ ਜਮਾਤ ਦੇ ਵਿੱਚ ਬਹੁਤ ਤਰ੍ਹਾਂ ਦੇ ਬੱਚੇ ਹੁੰਦੇ ਆ। ਸੋ ਉਹਨਾਂ ਬੱਚਿਆਂ ਦੀ ਗ੍ਰਹਿਣ ਸ਼ਕਤੀ ਹਰ ਬੱਚੇ ਦੇ ਨਾਲੋਂ ਇੱਕ ਦੂਸਰੇ ਦੇ ਨਾਲ ਵੱਖਰੀ ਵੱਖਰੀ ਹੁੰਦੀ ਹੈ। ਸੋ ਸੀ ਆਪਸ਼ਨ ਬਿਲਕੁਲ ਸਹੀ ਹੈ ਕਿ ਗ੍ਰਹਿਣ ਸ਼ਕਤੀ ਇੱਕੋ ਜਿਹੀ ਨਹੀਂ ਹੁੰਦੀ। ਅਗਲੇ ਸਵਾਲ ਤੇ ਆਪਾਂ ਆ ਚੁੱਕੇ ਹਾਂ। ਹੋਰ ਭਾਸ਼ਾਵਾਂ ਦੇ ਸ਼ਬਦ ਭਾਸ਼ਾ ਵਿੱਚ ਜੁੜਨ ਨਾਲ ਉਸ ਦਾ ਸਰੂਪ ਵਿਗੜਦਾ ਹੈ, ਉਚਾਰਨ ਬਦਲਦਾ ਹੈ, ਵਿਆਕਰਨ ਸ਼ੁੱਧੀ ਹੈ ਨਹੀਂ ਰਹਿੰਦੀ। ਸ਼ਬਦ ਭੰਡਾਰ ਦੇ ਵਿੱਚ ਵਾਧਾ ਹੁੰਦਾ ਤਾਂ ਬਿਲਕੁਲ ਸ਼ਬਦ ਭੰਡਾਰ ਦੇ ਵਿੱਚ ਵਾਧਾ ਹੁੰਦਾ ਜੇਕਰ ਹੋਰਾਂ ਭਾਸ਼ਾਵਾਂ ਦੇ ਅੱਖਰ ਸ਼ਬਦ ਜੁੜਦੇ ਆ। ਤਤਸਮ ਸ਼ਬਦ ਕਿਹੜੇ ਹੁੰਦੇ ਆ? ਤਤਸਮ ਸ਼ਬਦ ਉਹ ਹੁੰਦੇ ਆ ਪੰਜਾਬੀ ਸ਼ਬਦ ਪ੍ਰਣਾਲੀ ਦੇ ਵਿੱਚ ਜੇਕਰ ਆਪਾਂ ਦੇਖੀਏ ਤਾਂ ਸ਼ਬਦਾਂ ਨੂੰ ਅਸੀਂ ਦੋ ਭਾਗਾਂ ਦੇ ਵਿੱਚ ਵਰਤ ਰਹੇ ਹਾਂ। ਇੱਕ ਤਾਂ ਅਸੀਂ ਤਤਸਮ ਸ਼ਬਦ ਵੀ ਵਰਤ ਰਹੇ ਹਾਂ ਤੇ ਇਸ ਤੋਂ ਬਿਨਾਂ ਅਸੀਂ ਤਤਭਵ ਸ਼ਬਦ ਵੀ ਵਰਤ ਰਹੇ ਹਾਂ। ਤਤਸਮ ਸ਼ਬਦ ਉਹ ਹੁੰਦੇ ਜਿਹੜੇ ਕਿਸੇ ਹੋਰ ਭਾਸ਼ਾ ਦੇ ਸ਼ਬਦ ਸੇਮ ਉਸੇ ਤਰੀਕੇ ਦੇ ਨਾਲ ਉਚਾਰੇ ਜਾ ਰਹੇ ਹੈ, ਬੋਲੇ ਜਾ ਰਹੇ ਹੈ, ਵਰਤੇ ਜਾ ਰਹੇ ਹੈ। ਪਰ ਤਦਭਵ ਉਹ ਸ਼ਬਦ ਹੁੰਦੇ ਜਿਹੜੇ ਕਿਸੇ ਹੋਰ ਭਾਸ਼ਾ ਦੇ ਸ਼ਬਦ ਨੇ ਪਰ ਸਥਾਨਕ ਬੁਲਾਰੇ ਆਪਣੀ ਭਾਸ਼ਾ ਧੁਨੀ ਦੇ ਮੁਤਾਬਕ ਢਾਲ ਲੈਂਦੇ ਆ। ਸੋ ਉਹਨਾਂ ਨੂੰ ਅਸੀਂ ਤਦਭਵ ਆਖਦੇ ਹਾਂ। ਹੁਣ ਤਤਸਮ ਸ਼ਬਦਾਂ ਦੀ ਜੇਕਰ ਇੱਥੇ ਸਹੀ ਆਪਸ਼ਨ ਬਣਦੀ ਹੈ ਸੋ ਉਸ ਆਧਾਰ 'ਤੇ ਅਸੀਂ ਦੇਖ ਲੈਂਦੇ ਹਾਂ ਜਿਨ੍ਹਾਂ ਦਾ ਸਰੂਪ ਕੁਝ ਬਦਲਿਆ ਹੁੰਦਾ, ਜਿਨ੍ਹਾਂ ਦੇ ਉਚਾਰਨ ਵਿੱਚ ਬਦਲਾਅ ਹੁੰਦਾ, ਜੋ ਬਿਨਾਂ ਕਿਸੇ ਬਦਲਾਅ ਦੇ ਕਿਸੇ ਹੋਰ ਭਾਸ਼ਾ ਵਿੱਚੋਂ ਆਪਣੀ ਭਾਸ਼ਾ ਵਿੱਚ ਦਾਖਲ ਹੁੰਦੇ ਹਨ। ਉਪਰੋਕਤ ਦੇ ਵਿੱਚੋਂ ਕੋਈ ਵੀ ਨਹੀਂ, ਮਤਲਬ ਸੇਮ ਉਸੇ ਪ੍ਰਕਾਰ ਉਚਾਰੇ ਜਾਣ। ਸੋ ਜਿਹੜੀ ਆਪਸ਼ਨ ਬਿਲਕੁਲ ਸਹੀ ਹੈ। ਸ਼ੁੱਧ ਉਚਾਰਨ ਲਈ ਬੱਚੇ ਨੂੰ ਗਿਆਨ ਦੇਣਾ ਚਾਹੀਦਾ ਹੈ ਸ਼ਬਦਾਂ ਦਾ, ਧੁਨੀਆਂ ਦਾ, ਵਾਕਾਂ ਦਾ, ਅਰਥਾਂ ਦਾ। ਤਾਂ ਅਸੀਂ ਕਵਾਂਗੇ ਧੁਨੀਆਂ ਦਾ ਐਡ ਆਪਸ਼ਨ ਇੱਥੇ ਸਹੀ ਰਹੇਗਾ ਜੇਕਰ ਅਸੀਂ ਸ਼ੁੱਧ ਉਚਾਰਨ ਸਿਖਾਉਣਾ ਹੈ। ਜੇਕਰ ਇੱਕ ਜਮਾਤ ਵਿੱਚ ਪੰਜਾਬ ਦੇ ਸਾਰੇ ਖੇਤਰਾਂ ਵਿੱਚੋਂ ਬੱਚੇ ਬੈਠੇ ਹਨ, ਅਧਿਆਪਕ ਪੰਜਾਬੀ ਦਾ ਕਿਹੜਾ ਰੂਪ ਜੇਕਰ ਇੱਕ ਜਮਾਤ ਵਿੱਚ ਸਾਰੇ ਤਰ੍ਹਾਂ ਦੇ ਬੱਚੇ ਬੈਠੇ ਆ ਤਾਂ ਅਧਿਆਪਕ ਪੰਜਾਬੀ ਦਾ ਮਿਆਰੀ ਰੂਪ ਵਰਤੇਗਾ। ਪੁਆਧੀ ਜਿਹੜੀ ਭਾਸ਼ਾ ਹੈ ਪਹਾੜਾਂ ਦੇ ਪੈਰਾਂ ਵਿੱਚ ਪੈਣ ਵਾਲੇ ਇਲਾਕੇ ਪੰਜਾਬ ਦੇ ਜਿਹੜੇ ਨੇ ਉਹਨਾਂ ਦੇ ਵਿੱਚ ਬੋਲੀ ਜਾਂਦੀ ਉਪ ਭਾਸ਼ਾ ਉਸ ਨੂੰ ਅਸੀਂ ਪੁਆਧੀ ਆਖਦੇ ਹਾਂ। ਤੇ ਪੁਆਧੀ ਜਿਹੜਾ ਸ਼ਬਦ ਹੈ ਇਹ ਸੰਸਕ੍ਰਿਤ ਦੇ ਪੁਆਧ ਤੋਂ ਬਣਿਆ। ਸੋ ਜਿਸ ਦਾ ਅਰਥ ਵੀ ਜਿਹੜਾ ਹੈਗਾ ਉਹ ਪੂਰਬੀ ਅੱਧ ਹੈ। ਸੰਸਕ੍ਰਿਤ ਦੇ ਵਿੱਚ ਇਸ ਦਾ ਅਰਥ ਵੀ ਪੂਰਬੀ ਅੱਧ ਹੈ। ਸੋ ਇਸ ਆਧਾਰ 'ਤੇ ਜੇਕਰ ਅਸੀਂ ਪੰਜਾਬ ਦੇ ਵਿੱਚ ਉਪਭਾਸ਼ਾ ਦੀ ਗੱਲ, ਪੁਆਧੀ ਦੀ ਗੱਲ ਕਰ ਰਹੇ ਹਾਂ ਤਾਂ ਪੰਜਾਬ ਦੇ ਪੂਰਬੀ ਅੱਧੇ ਹਿੱਸੇ ਦੇ ਵਿੱਚ ਬੋਲੀ ਜਾਣ ਵਾਲੀ ਉਪਭਾਸ਼ਾ ਨੂੰ ਅਸੀਂ ਪੁਆਧੀ ਆਖਦੇ ਹਾਂ। ਸੋ ਇਸੇ ਤਰੀਕੇ ਨਾਲ ਦੁਆਬੀ ਉਪਭਾਸ਼ਾ ਜਿਹੜੀ ਸਾਡੇ ਕੋਲੇ ਇਸ ਦੀ ਗੱਲ ਕਰੀਏ ਤਾਂ ਫਾਰਸੀ ਦਾ ਸ਼ਬਦ ਹੈ 2+ ਆਬ ਤੋਂ ਬਣਿਆ। ਠੀਕ ਹੈ। ਸੋ ਇਹ ਦੋ ਦਰਿਆਵਾਂ ਵਿਚਕਾਰਲੀ ਧਰਤੀ ਸਤਲੁਜ ਤੇ ਬਿਆਸ ਦਰਿਆ ਦੋਨਾਂ ਦੇ ਵਿਚਕਾਰ ਜਿਹੜੀ ਧਰਤੀ ਹੈ ਉਸ ਨੂੰ ਦੁਆਬਾ ਆਖਿਆ ਜਾਂਦਾ। ਤੇ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਦੁਆਬੇ ਦੇ ਵਿੱਚ ਦੋ ਜਿਹੜੇ ਸ਼ਹਿਰ ਹੈ ਜਿਵੇਂ ਤਰਨਤਾਰਨ ਸ਼ਹਿਰ ਬਿਆਸ ਦਰਿਆ ਦੇ ਕੰਢੇ ਦੇ ਉੱਪਰ, ਇਸ ਤੋਂ ਬਿਨਾਂ ਕਰਤਾਰਪੁਰ ਸਾਹਿਬ, ਇਹਨਾਂ ਦੋ ਦਰਿਆਵਾਂ ਦੇ ਵਿਚਕਾਰ ਜਿਹੜਾ ਹੈਗਾ ਉਹ ਵਸਾਏ ਵੀ ਸੀਗੇ। ਇੱਥੇ ਜੇਕਰ ਅਸੀਂ ਮਿਆਰੀ ਭਾਸ਼ਾ ਦੀ ਗੱਲ ਕਰੀਏ ਤਾਂ ਇਹ ਉਹ ਭਾਸ਼ਾ ਹੈ ਜਿਹੜਾ ਸਾਡਾ ਟਕਸਾਲੀ ਰੂਪ ਵੀ ਹੈ ਮਾਝੀ, ਉਸ ਦੇ ਲਈ ਵੀ ਅਸੀਂ ਵਰਤ ਲੈਂਦੇ ਹਾਂ। ਤੇ ਮਲਵਈ ਉਪਭਾਸ਼ਾ ਜਿਹੜੀ ਇਹਨੂੰ ਅਸੀਂ ਮਿਆਰੀ ਨੂੰ ਸਟੈਂਡਰਡ ਲੈਂਗੁਏਜ ਵੀ ਅਸੀਂ ਆਖ ਦਿੰਦੇ ਹਾਂ ਅੰਗਰੇਜ਼ੀ ਦੇ ਵਿੱਚ। ਸੋ ਇਹ ਵੀ ਆਪਾਂ ਨੋਟ ਕਰ ਸਕਦੇ ਹਾਂ। ਤੇ ਮਲਵਈ ਉਪਭਾਸ਼ਾ ਜਿਹੜੀ ਇਹ 15 ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਣ ਵਾਲੀ ਉਪਭਾਸ਼ਾ ਹੈ। ਠੀਕ ਹੈ, ਮਲਵਈ ਉਪਭਾਸ਼ਾ ਤੇ ਜਿਹੜੀ ਕਿ ਮਾਲਵ ਖੇਤਰ ਤੋਂ ਬਣੀ ਹੈ। ਇੱਕ ਸਵਾਲ ਆਇਆ ਸੀ ਕਿ ਜਿਹੜਾ ਮਲਵਈ ਇਲਾਕਾ ਹੈਗਾ ਇਹ ਜਾਤੀ ਕਰਕੇ ਇਸ ਦਾ ਨਾਮ ਮਲਵਈ ਪਿਆ ਜਾਂ ਫਿਰ ਕੋਈ ਕਬੀਲਾ ਆਇਆ ਸੀ। ਤਾਂ ਉੱਥੇ ਬਿਲਕੁਲ ਸਹੀ ਜਵਾਬ ਹੋਊਗਾ ਕਿ ਮਾਲਵ ਇੱਕ ਕਬੀਲਾ ਆਇਆ ਸੀਗਾ, ਕਿਉਂਕਿ ਕਈ ਪੇਪਰਾਂ ਦੇ ਵਿੱਚ ਜਾਤੀ ਵੀ ਠੀਕ ਕਰ ਦਿੰਦੇ ਆ ਪਰ ਇੱਥੇ ਸਹੀ ਆਨਸਰ ਬਣੂਗਾ ਕਬੀਲਾ। ਅਗਲੇ ਸਵਾਲ ਤੇ ਚੱਲਦੇ ਆਪਾਂ। ਅਗਲਾ ਸਵਾਲ, ਪੰਜਾਬੀ ਦੇ ਅਸ਼ੁੱਧ ਉਚਾਰਨ ਦਾ ਵੱਡਾ ਕਾਰਨ ਹੈ ਸ਼ਹਿਰੀ ਬੱਚੇ ਹਿੰਦੀ ਪੰਜਾਬੀ ਰਲੀ ਮਿਲੀ ਬੋਲਦੇ ਆ। ਸਕੂਲਾਂ ਵਿੱਚ ਮੌਖਿਕ ਕਾਰਜ ਦੀ ਘਾਟ ਹੁੰਦੀ ਹੈ। ਅਧਿਆਪਕ ਅੰਗਰੇਜ਼ੀ ਸ਼ਬਦ ਵਧੇਰੇ ਬੋਲਦੇ ਆ। ਉਪਰੋਕਤ ਸਾਰੇ ਹੀ ਕਾਰਨ ਹੈ। ਅਸਲ ਵਿੱਚ ਮੌਖਿਕ ਕਾਰਜ ਦੀ ਘਾਟ ਕਾਰਨ, ਕਿਉਂਕਿ ਹੁਣ ਜਿਹੜਾ ਸਿਸਟਮ ਹੈ ਉਸ ਦੇ ਵਿੱਚ ਇਹੀ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਬੋਲਣ ਦੇ ਜਿਹੜੇ ਮੌਕੇ ਦਿੱਤੇ ਜਾਣ, ਉਹਨਾਂ ਨੂੰ ਸਵੈ ਪ੍ਰਗਟਾਵੇ ਦੇ ਮੌਕੇ ਦਿੱਤੇ ਜਾਣ। ਉਹ ਆਪਣੀ ਗੱਲ ਨੂੰ, ਅੱਖੀ ਡਿੱਠੇ ਹਾਲ ਨੂੰ ਆਪਣੇ ਸ਼ਬਦਾਂ ਦੇ ਵਿੱਚ ਮੌਖਿਕ ਤਰੀਕੇ ਦੇ ਨਾਲ
ਬਿਆਨ ਕਰ ਸਕਣ, ਉਹਨਾਂ ਦੀ ਗੱਲ ਨੂੰ ਜਿਹੜਾ ਹੈਗਾ ਪ੍ਰੋਪਰ ਇੱਕ ਟਾਈਮ ਦਿੱਤਾ ਜਾਵੇ ਤਾਂ ਕਿ ਉਹ ਗੱਲਬਾਤ ਵਾਦ ਵਿਵਾਦ ਜਾਂ ਮੌਖਿਕ ਪ੍ਰਗਟਾਓ ਉਹਨਾਂ ਦੇ ਵਿੱਚ ਸੁਧਾਰ ਹੋ ਸਕੇ। ਸੋ ਅਸ਼ੁੱਧ ਉਚਾਰਨ ਦਾ ਵੱਡਾ ਕਾਰਨ ਇਹ ਹੋ ਸਕਦਾ ਹੈ ਜੇਕਰ ਤੁਸੀਂ ਬੱਚਿਆਂ ਨੂੰ ਮੌਖਿਕ ਕਾਰਜ ਦੀ ਘਾਟ ਦੇ ਰਹੇ ਹੋ ਸਕੂਲ ਦੇ ਵਿੱਚ। ਅਗਲੇ ਸਵਾਲ ਤੇ ਚੱਲਦੇ ਹਾਂ ਆਪਾਂ। ਸਵਾਲ ਨੰਬਰ 47 ਹੈ ਸਾਡੇ ਕੋਲੇ। 48 ਮੌਖਿਕ ਪ੍ਰਗਟਾਅ ਨੂੰ ਸਪਸ਼ਟ ਸ਼ੁੱਧ ਬਣਾਉਣ ਲਈ ਅਧਿਆਪਕ ਨੂੰ ਕੀ ਕਰਨਾ ਚਾਹੀਦਾ? ਸ਼ੁੱਧ ਲਿਖਣਾ ਸਿਖਾਏ, ਸ਼ੁੱਧ ਉਚਾਰਨ ਸਿਖਾਏ, ਸ਼ੁੱਧ ਪੜ੍ਹਨਾ ਸਿਖਾਏ, ਇਹਨਾਂ ਵਿੱਚ ਕੋਈ ਵੀ ਨਹੀਂ। ਸੋ 48 ਦਾ ਬਿਲਕੁਲ ਸਹੀ ਜਵਾਬ ਹੋਊਗਾ ਐਡ ਆਪਸ਼ਨ ਸ਼ੁੱਧ ਉਚਾਰਨ ਸਿਖਾਏ। ਸੋ ਸ਼ੁੱਧ ਜਿਹੜਾ ਹੈਗਾ ਮੌਖਿਕ ਪ੍ਰਗਟਾਓ ਲਈ ਸ਼ੁੱਧ ਉਚਾਰਨ ਸਿਖਾਏ, ਐਡ ਆਪਸ਼ਨ ਇੱਥੇ ਬਿਲਕੁਲ ਸਹੀ ਹੈ। ਅਗਲੇ ਸਵਾਲ ਤੇ ਚੱਲਦੇ ਹਾਂ ਆਪਾਂ। ਇੱਕ ਚੰਗਾ ਅਧਿਆਪਕ ਉਹ ਹੈ ਜਿਹੜਾ ਬੁੱਧੀਮਾਨ ਹੋਵੇ, ਆਪਣੇ ਵਿਸ਼ੇ ਦਾ ਮਾਹਿਰ ਹੋਵੇ, ਲੋੜੀਂਦੀਆਂ ਅਤੇ ਢੁਕਵੀਆਂ ਸਿੱਖਣ ਤਕਨੀਕਾਂ ਦੀ ਵਰਤੋਂ ਕਰੇ, ਔਖੀ ਤੇ ਔਖੀ ਗੱਲ ਨੂੰ ਸੌਖੇ ਢੰਗ ਨਾਲ ਸਮਝਾਵੇ। ਅਸਲ ਦੇ ਵਿੱਚ ਇੱਕ ਚੰਗਾ ਅਧਿਆਪਕ ਉਹ ਹੈ ਜਿਹੜਾ ਲੋੜੀਂਦੀਆਂ ਤੇ ਢੁਕਵੀਆਂ ਸਿੱਖਣ ਤਕਨੀਕਾਂ ਦੀ ਵਰਤੋਂ ਕਰੇ। ਈ ਆਪਸ਼ਨ ਬਿਲਕੁਲ ਸਹੀ ਹੈ। ਭਾਸ਼ਾ ਸਿੱਖਿਆ ਵਿੱਚ ਦੇਖਣ ਸੁਣਨ ਸਾਧਨਾਂ ਦੀ ਵਰਤੋਂ ਕਿਹੜੇ ਸਿੱਖਿਆ ਸਿਧਾਂਤਾਂ ਉੱਤੇ ਆਧਾਰਿਤ ਹੈ? ਭਾਸ਼ਾ ਸਿੱਖਿਆ ਵਿੱਚ ਦੇਖਣ ਸੁਣਨ ਸਾਧਨਾਂ ਦੀ ਵਰਤੋਂ ਕਿਹੜੇ ਸਿੱਖਿਆ ਸਿਧਾਂਤਾਂ ਉੱਤੇ ਆਧਾਰਿਤ ਹੈ? ਤੇ 50 ਦਾ ਬਿਲਕੁਲ ਸਹੀ ਜਵਾਬ ਕੀ ਹੋਵੇਗਾ? ਆਪਾਂ ਦੇਖਦੇ ਹਾਂ ਬਈ 50 ਦਾ ਬਿਲਕੁਲ ਸਹੀ ਜਵਾਬ। 1 ਸੈਕਿੰਡ ਇਸ ਨੂੰ ਡਿਲੀਟ ਕਰ ਦਈਏ। ਭਾਸ਼ਾ ਸਿੱਖਿਆ ਵਿੱਚ ਦੇਖਣ ਸੁਣਨ ਸਾਧਨ, ਦੇਖਣ ਸੁਣਨ ਸਾਧਨ ਕੀ ਹੁੰਦੇ ਕਿ ਅਸੀਂ ਦੇਖ ਵੀ ਰਹੇ ਹਾਂ ਪਲੱਸ ਸੁਣ ਵੀ ਰਹੇ ਹਾਂ। ਜਿਵੇਂ ਟੀਵੀ ਹੋ ਗਿਆ, ਜਿਵੇਂ ਪ੍ਰੋਜੈਕਟ ਹੋ ਗਿਆ, ਹੈ ਨਾ, ਇਹਨਾਂ ਨੂੰ ਅਸੀਂ ਦੇਖ ਵੀ ਰਹੇ ਹਾਂ ਪਲੱਸ ਸੁਣ ਵੀ ਰਹੇ ਹਾਂ। ਸੋ ਇਹਨਾਂ ਦਾ ਮੁੱਖ ਜਿਹੜਾ ਹੈਗਾ ਸਿਧਾਂਤ ਉਹ ਕਿਸ ਸਿਧਾਂਤ ਦੇ ਉੱਪਰ ਆਧਾਰਿਤ ਹੋਵੇਗਾ? ਸੋ ਇਹ ਸਾਨੂੰ ਸਵਾਲ ਪੁੱਛਿਆ ਗਿਆ 50 ਦਾ। ਇੱਥੇ ਬਿਲਕੁਲ ਸਹੀ ਹੈ ਸਥੂਲ ਤੋਂ ਸੂਖਮ ਵੱਲ, ਐਡ ਆਪਸ਼ਨ ਬਿਲਕੁਲ ਸਹੀ ਹੈ। ਅਗਲੇ ਸਵਾਲ ਤੇ ਚੱਲਦੇ ਆ। ਭਾਸ਼ਾ ਪਾਠ ਪੁਸਤਕ ਦੀ ਸਹਾਇਤਾ ਨਾਲ ਵਿਦਿਆਰਥੀ ਆਪਣੇ ਆਪ ਹੀ ਪੜ੍ਹ ਸਕਦੇ ਆ, ਪਾਠ ਦੀ ਦੁਹਰਾਈ ਕਰ ਸਕਦੇ ਹਨ, ਪ੍ਰੀਖਿਆ ਦੀ ਤਿਆਰੀ ਕਰ ਸਕਦੇ ਹਨ, ਵਾਚਨ ਵਾਰਤਾਲਾਪ ਵਿਆਕਰਨ ਰਚਨਾ ਆਦਿ ਸਿੱਖ ਸਕਦੇ ਹਨ। ਤਾਂ 51 ਦਾ ਬਿਲਕੁਲ ਸਹੀ ਜਵਾਬ ਕੀ ਹੋਵੇਗਾ? ਈ ਆਪਸ਼ਨ ਪ੍ਰੀਖਿਆ ਦੀ ਤਿਆਰੀ ਕਰ ਸਕਦੇ ਹਨ। ਆਧੁਨਿਕ ਸਿੱਖਿਆ ਪਾਠ ਪੁਸਤਕ ਕੇਂਦਰਿਤ ਹੋਣੀ ਚਾਹੀਦੀ ਹੈ, ਅਧਿਆਪਕ ਕੇਂਦਰਿਤ, ਵਿਸ਼ਾ ਵਸਤੂ ਕੇਂਦਰਿਤ, ਬਾਲ ਕੇਂਦਰਿਤ, ਉਪਰੋਕਤ ਸਾਰੇ। ਆਧੁਨਿਕ ਸਿੱਖਿਆ ਪ੍ਰਣਾਲੀ ਹੋਣੀ ਚਾਹੀਦੀ ਹੈ ਬਾਲ ਕੇਂਦਰਿਤ। ਸੀ ਆਪਸ਼ਨ ਬਿਲਕੁਲ ਸਹੀ ਹੈ ਈਡੀ। ਪਾਠ ਪੁਸਤਕ ਉੱਤੇ ਵਧੇਰੇ ਨਿਰਭਰਤਾ ਕਾਰਨ ਬੱਚੇ ਜ਼ਿਆਦਾ ਪੜ੍ਹਾਈ ਕਰਦੇ ਆ, ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ, ਰੱਟਾ ਲਗਾਉਣ ਦੀ ਪ੍ਰਵਿਰਤੀ ਵੱਲ ਵੱਧਦੇ ਆ, ਉਪਰੋਕਤ ਸਾਰੇ। ਜੇਕਰ ਅਸੀਂ ਵਧੇਰੇ ਪਾਠ ਪੁਸਤਕਾਂ ਵੱਲ ਹੀ ਧਿਆਨ ਦੇ ਜਾਵਾਂਗੇ ਤਾਂ ਬੱਚੇ ਸਿਰਫ ਰੱਟਾ ਪ੍ਰਵਿਰਤੀ ਦੇ ਨਾਲ ਜੁੜਦੇ ਆ। ਪਰ ਜੇਕਰ ਅਸੀਂ ਪਾਠ ਪੁਸਤਕਾਂ ਤੋਂ ਬਾਹਰੀ ਹੋ ਕੇ ਲਾਇਬ੍ਰੇਰੀ ਦੀਆਂ ਹੋਰ ਕਿਤਾਬਾਂ ਰਚਨਾਵਾਂ ਦੇ ਨਾਲ ਵੀ ਜੋੜਦੇ ਆ ਤਾਂ ਉਹਨਾਂ ਦੇ ਵਿੱਚ ਇੱਕ ਕਹਿ ਲਓ ਰਚਨਾਤਮਕਤਾ ਵੀ ਆਉਂਦੀ ਹੈ, ਪਲੱਸ ਉਹਨਾਂ ਨੂੰ ਭਾਸ਼ਾ ਦੀ ਜਿਹੜੀ ਸਮਝ ਹੈ ਅਤੇ ਸ਼ਬਦਾਂ ਦੇ ਜਿਹੜਾ ਭੰਡਾਰ ਹੈ ਉਸ ਦੇ ਵਿੱਚ ਵੀ ਵਾਧਾ ਹੁੰਦਾ। ਅਗਲੇ ਪ੍ਰਸ਼ਨ ਦੇ ਉੱਪਰ ਜਾਂਦੇ ਆਪਾਂ। ਕੰਪਿਊਟਰ ਦੀ ਭਾਸ਼ਾ ਪ੍ਰਯੋਗਸ਼ਾਲਾ ਨੂੰ ਭਾਸ਼ਾ ਲਈ ਵਰਤਣ ਸਮੇਂ ਵਿਦਿਆਰਥੀ ਆਪਣੇ ਆਪ ਸਿੱਖਿਆ ਗ੍ਰਹਿਣ ਕਰਦੇ ਹਨ। ਅਧਿਆਪਕ ਕੋਲ ਵਿਹਲਾ ਸਮਾਂ ਹੁੰਦਾ ਹੈ, ਵਿਦਿਆਰਥੀ ਅਧਿਆਪਕ ਦੇ ਹਾਵ ਭਾਵ ਨੂੰ ਨਹੀਂ ਦੇਖ ਸਕਦਾ। ਉਪਰੋਕਤ ਦੇ ਵਿੱਚੋਂ ਕੋਈ ਵੀ ਨਹੀਂ। 55 ਦਾ ਬਿਲਕੁਲ ਸਹੀ ਜਵਾਬ ਹੈ ਈਡੀ ਆਪਸ਼ਨ। ਨਹੀਂ ਇੱਕ ਮਿੰਟ। ਭਾਸ਼ਾ ਪ੍ਰਯੋਗਸ਼ਾਲਾ ਨੂੰ ਭਾਸ਼ਾ ਲਈ ਵਰਤਣ ਸਮੇਂ ਵਿਦਿਆਰਥੀ ਅਧਿਆਪਕ ਦੇ ਹਾਵ ਭਾਵ ਨਹੀਂ ਦੇ ਸਕਦਾ। ਹਾਂ ਬਿਲਕੁਲ ਸਹੀ ਹੈ ਈਡੀ ਆਪਸ਼ਨ ਸਹੀ ਹੈ, ਰਾਈਟ ਜਵਾਬ ਹੈ। ਅਗਲੇ ਕੁਐਸਚਨ ਤੇ ਚੱਲਦੇ ਹਾਂ। ਟੀਵੀ 'ਤੇ ਪ੍ਰਸਾਰਿਤ ਕੀਤੇ ਜਾਂਦੇ ਨਾਟਕ, ਭਾਸ਼ਣ, ਗੀਤ, ਗੋਸ਼ਟੀ, ਕਵੀ ਦਰਬਾਰ ਆਦਿ ਪ੍ਰੋਗਰਾਮਾਂ ਤੋਂ ਭਾਸ਼ਾ ਵਿਦਿਆਰਥੀ ਨੂੰ ਮਨੋਰੰਜਨ ਮਿਲਦਾ, ਤਾਜ਼ਾ ਜਾਣਕਾਰੀ ਮਿਲਦੀ ਹੈ, ਕਲਾਕਾਰਾਂ ਨਾਲ ਜਾਣ ਪਛਾਣ ਹੁੰਦੀ ਹੈ, ਸ਼ੁੱਧ ਅਤੇ ਸਪਸ਼ਟ ਭਾਸ਼ਾ ਦਾ ਗਿਆਨ ਪ੍ਰਾਪਤ ਹੁੰਦਾ। ਟੀਵੀ 'ਤੇ ਪ੍ਰਸਾਰਿਤ ਕੀਤੇ ਜਾਂਦੇ ਭਾਸ਼ਣ ਗੀਤ ਦੇ ਨਾਲ ਬੱਚਿਆਂ ਨੂੰ ਸ਼ੁੱਧ ਅਤੇ ਸਪਸ਼ਟ ਭਾਸ਼ਾ ਦਾ ਗਿਆਨ ਪ੍ਰਾਪਤ ਹੁੰਦਾ। ਡੀ ਆਪਸ਼ਨ ਬਿਲਕੁਲ ਸਹੀ ਹੈ ਸੱਸਾ। ਓਵਰਹੈੱਡ ਪ੍ਰੋਜੈਕਟਰ ਨਾਲ ਵਿਸ਼ੇ ਵਸਤੂ ਦੀ ਸਲਾਈਡ ਨੂੰ ਵੱਡਾ ਕਰਕੇ ਦਿਖਾਇਆ ਜਾਂਦਾ ਹੈ, ਪਰਦੇ ਉੱਤੇ ਪ੍ਰੋਜੈਕਟ ਕੀਤਾ ਜਾਂਦਾ ਹੈ, ਛੋਟਾ ਕਰਕੇ ਦਿਖਾਇਆ ਜਾਂਦਾ ਹੈ। ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਓਵਰਹੈੱਡ ਜਿਹੜਾ ਪ੍ਰੋਜੈਕਟ ਹੈ ਉਸ ਦੇ ਨਾਲ ਅਸੀਂ ਕੀ ਕਰ ਸਕਦੇ ਹਾਂ, ਕਿਹੜੀ ਕਹਿ ਲਓ ਸਹਾਇਤਾ ਇਸ ਦੇ ਨਾਲ ਕੀਤੀ ਜਾ ਸਕਦੀ ਹੈ ਕਲਾਸ ਦੇ ਵਿੱਚ। ਸੋ ਇਸ ਨੂੰ ਅਸੀਂ ਪਰਦੇ ਉੱਤੇ ਪ੍ਰੋਜੈਕਟ ਕਰ ਸਕਦੇ ਹਾਂ। ਪ੍ਰੋਪਰ ਤਰੀਕੇ ਦੇ ਨਾਲ ਅਸੀਂ ਬੱਚਿਆਂ ਨੂੰ ਪਰਦੇ ਦੇ ਉੱਪਰ ਸਾਰੀਆਂ ਆਪਣੀਆਂ ਜਿਹੜੀਆਂ ਸਲਾਈਡਸ ਆ ਉਹਨਾਂ ਨੂੰ ਦਿਖਾ ਸਕਦੇ ਹਾਂ। 58 ਨੰਬਰ 'ਤੇ ਜਿਹੜੇ ਯੰਤਰ ਨਾਲ ਕੇਬਲ ਦੀ ਸਹਾਇਤਾ ਦੁਆਰਾ ਸੂਚਨਾਵਾਂ ਭੇਜੀਆਂ ਜਾਂਦੀਆਂ ਹਨ ਉਸ ਨੂੰ ਕੀ ਕਿਹਾ ਜਾਂਦਾ? ਇਹ ਪੁੱਛਿਆ ਗਿਆ ਪੇਪਰ ਦੇ ਵਿੱਚ ਵੀ ਕੇਬਲ ਦੀ ਸਹਾਇਤਾ ਦੇ ਨਾਲ ਸੂਚਨਾਵਾਂ ਭੇਜੀਆਂ ਜਾਂਦੀਆਂ, ਕੇਬਲ ਦੀ ਸਹਾਇਤਾ ਦੇ ਨਾਲ ਸੂਚਨਾਵਾਂ। ਤਾਂ ਅਜਿਹੇ ਯੰਤਰ ਨੂੰ ਕਲੋਜ਼ਡ ਸਰਕਟ ਦੂਰਦਰਸ਼ਨ, ਮੈਂ ਇੱਕ ਵਾਰੀ ਲਿਖ ਦੇਵਾਂ, ਕਲੋਜ਼ਡ ਸਰਕਟ ਦੂਰਦਰਸ਼ਨ ਕਿਹਾ ਜਾਂਦਾ। ਸੋ ਇੱਥੇ ਸੀ ਆਪਸ਼ਨ ਬਿਲਕੁਲ ਸਹੀ ਹੈ।
ਇੱਕ ਚੰਗੀ ਪਾਠ ਪੁਸਤਕ ਹੋਣੀ ਚਾਹੀਦੀ ਹੈ। ਵਿਆਕਰਨਕ ਸ਼ੁੱਧਤਾ, ਭਾਸ਼ਾ ਸ਼ੈਲੀ ਦੀ ਸਪਸ਼ਟਤਾ, ਬੱਚਿਆਂ ਦੇ ਅਨੁਕੂਲ, ਵਿਸ਼ਾ ਵਸਤੂ। ਸੀ ਆਪਸ਼ਨ ਬਿਲਕੁਲ ਸਹੀ ਹੈ। ਈਡੀ ਆਪਸ਼ਨ। ਅੱਗੇ ਹੇਠ ਲਿਖਿਆਂ ਵਿੱਚੋਂ ਕਿਹੜੀ ਗਿਆਨ ਇੰਦਰੀ ਮਨੁੱਖ ਦੇ ਸਿੱਖਣ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ? ਦੇਖਣਾ। ਦੇਖਣਾ ਹੀ ਕਹਿ ਲਓ ਅੱਖਾਂ ਹੀ ਅੱਖਾਂ ਨੇ ਜਿਹੜੀਆਂ ਉਹ ਸਭ ਤੋਂ ਵੱਧ ਗਿਆਨ ਦੀ ਪ੍ਰਾਪਤੀ ਦਾ ਸੋਮਾ ਬਣਦੀਆਂ। ਸੋ ਇੱਥੇ ਡੀ ਆਪਸ਼ਨ ਬਿਲਕੁਲ ਸਹੀ ਹੈ। ਅਗਲੇ ਸਵਾਲ 'ਤੇ ਲਓ ਜੀ, ਬਸ ਆਪਣੇ ਕੋਲੇ ਅੱਜ ਜਿਹੜੇ ਸਵਾਲ ਸਨ ਉਹ ਟੋਟਲ 60 ਸਵਾਲ ਸਨ ਅਤੇ ਅਗਲੇ ਸਵਾਲ ਜਿਹੜੇ ਹੈਗੇ ਉਹ ਆਪਾਂ ਜਲਦ ਲੈ ਕੇ ਆਵਾਂਗੇ। ਪੈਡਾਗੋਜੀ ਦੇ ਜਿੰਨੇ ਵੀ ਸਵਾਲ ਬਣਦੇ ਆ ਉਹ ਸਾਰੇ ਹੀ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਉਮੀਦ ਹੈ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਵੀ ਹੋਵੋਗੇ ਅਤੇ ਪ੍ਰੋਪਰ ਤਰੀਕੇ ਦੇ ਨਾਲ ਆਪਣਾ ਸਿਲੇਬਸ ਕਵਰ ਕਰ ਹੀ ਚੁੱਕੇ ਹੋਵੋਗੇ। ਅਤੇ MCQ ਦੀ ਜਿਹੜੀ ਤਿਆਰੀ ਉਹ ਤੁਹਾਨੂੰ ਪਤਾ ਹੈ ਕਿ ਆਪਾਂ ਇਸ ਚੈਨਲ ਦੇ ਉੱਪਰ ਲਗਾਤਾਰ ਕਰਵਾ ਰਹੇ ਹਾਂ ਤੁਹਾਨੂੰ। ਅਤੇ ਤੁਸੀਂ ਕਰਨਾ ਹੈ, ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਸ਼ੇਅਰ ਜ਼ਰੂਰ ਕਰੋ ਤਾਂ ਕਿ ਤੁਹਾਡੇ ਤੱਕ ਹਰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚੇ। ਅਤੇ ਨਾਲ ਹੀ ਜੇਕਰ ਤੁਸੀਂ ਸ਼ੇਅਰ ਵੀ ਕਰਦੇ ਹੋ ਤਾਂ ਭਾਈ ਕਿਸੇ ਦੂਸਰੇ ਦਾ ਵੀ ਭਲਾ ਹੋ ਜਾਂਦਾ ਹੈ ਅਤੇ ਤਾਂ ਕਿ ਦੂਜੇ ਵਿਦਿਆਰਥੀ ਵੀ ਇਹ ਪੁਰਾਣੇ ਪੇਪਰਾਂ ਦੇ MCQ ਨੂੰ ਜਿਹੜਾ ਦੇਖ ਲੈਣਗੇ। ਠੀਕ ਹੈ। ਸੋ ਕੇਵਲ ਆਪਣੇ ਤੱਕ ਹੀ ਸੀਮਤ ਗਿਆਨ ਨਾ ਰੱਖੋ, ਹਰ ਤੱਕ ਵੰਡੋ ਤਾਂ ਕਿ ਗਿਆਨ ਜੇ ਵੰਡਣ ਨਾਲ ਵੱਧਦਾ ਹੈ ਤਾਂ ਉਸ ਨੂੰ ਫੋਲੋ ਕਰੋ, ਉਸ ਉਦਾਹਰਨ ਨੂੰ ਫੋਲੋ ਕਰੋ। ਸੋ ਇਸੇ ਤਰੀਕੇ ਨਾਲ ਆਪਾਂ ਚੜ੍ਹਦੀ ਕਲਾ ਦੇ ਨਾਲ ਹਮੇਸ਼ਾ ਕਲਾਸਾਂ ਲਾਉਂਦੇ ਰਹੀਏ ਅਤੇ ਆਪਣੇ ਪੇਪਰ ਜਿਹੜੇ ਹੈਗੇ ਉਹ ਕਲੀਅਰ ਕਰਦੇ ਰਹੀਏ ਅਤੇ ਸਫਲ ਹੁੰਦੇ ਰਹੀਏ। ਸੋ ਅੱਜ ਲਈ ਇੰਨਾ ਹੀ। ਧੰਨਵਾਦ। ਸਤਿ ਸ਼੍ਰੀ ਅਕਾਲ।